ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਸਿੰਘਨਾਦ ਭਾਗ 11ਵਾਂ ਪੰਨਾ ਨੰਬਰ 199। ਦੋ ਕੌਮਾਂ ਦੀ ਦਾਸਤਾਨ। ਪਹਿਲਾ, ਸਿੱਖ ਸਾਮਰਾਜ ਨਾਲ ਗੱਦਾਰੀ ਦੇ ਇਲਜ਼ਾਮੇ ਵਜੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨੌਕਰ ਗੁਲਾਬ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਤੇ ਜੰਮੂ ਕਸ਼ਮੀਰ ਦਾ ਰਾਜ ਬਖਸ਼ਿਆ। ਸਿੱਖਾਂ ਦੀ ਗੁਰੂ ਪ੍ਰਤੀ ਵਫਾਦਾਰੀ ਦੇ ਪ੍ਰਤੀਕ ਸ਼੍ਰੀ ਅੰਮ੍ਰਿਤਸਰ ਵਰਗੇ ਪਰਮ ਪਵਿੱਤਰ ਸਥਾਨ ਤੇ ਗੱਦਾਰ ਦੀ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਗੁਲਾਬ ਸਿੰਘ ਡੋਗਰੇ ਨੇ ਅੰਗਰੇਜ਼ਾਂ ਪ੍ਰਤੀ ਵਫਾਦਾਰੀ ਦੀ ਕਸਮ ਖਾਂਦਿਆਂ ਕਿਹਾ ਕਿ ਮੈਂ ਅੰਗਰੇਜ਼ ਸਰਕਾਰ ਦਾ ਜ਼ਰ ਖਰੀਦ ਗੁਲਾਮ ਹਾਂ। ਇਹੋ ਉਸਨੇ ਔਰ ਉਸਦੇ ਵੰਸ਼ਜਾਂ ਨੇ ਬਣੇ ਰਹਿਣਾ ਸਦਾ ਲੋਚਿਆ। ਜੰਗੇ ਆਜ਼ਾਦੀ ਦੇ ਦੌਰਾਨ ਦੇਸ਼ ਭਗਤਾਂ ਨੇ ਜੋ ਕਸ਼ਮੀਰ ਰਾਜ ਵਿੱਚ ਕਸ਼ਟ ਉਠਾਏ ਉਹ ਇਤਿਹਾਸ ਦਾ ਹਿੱਸਾ ਹਨ। ਦੂਜਾ, ਭਾਰਤ ਨੂੰ ਆਜ਼ਾਦੀ ਦੇ ਮਿਲਦਿਆਂ ਹੀ ਗੁਲਾਬ ਸਿੰਘ ਦੇ ਵੰਸ਼ਜ ਹਰੀ ਸਿੰਘ ਨੇ ਖੁਦ ਮੁਖਤਿਆਰ ਰਹਿਣ ਲਈ ਇੱਕ ਤਕੜਾ ਹੰਭਲਾ ਮਾਰਿਆ, ਪਰ ਮੁਸਲਮਾਨ ਬਹੁਗਿਣਤੀ ਹਮ ਮਜ਼ਹਬ ਪਾਕਿਸਤਾਨ ਨਾਲ ਮਿਲਣਾ ਚਾਹੁੰਦੀ ਸੀ। ਉਸਨੇ ਇਹਨਾਂ ਦੇ ਇਰਾਦੇ ਨਕਾਰਾ ਕਰਨ ਲਈ ਕਸ਼ਮਕਸ਼ ਕੀਤੀ, ਜਿਸ ਦਾ ਨਤੀਜਾ ਅੱਧਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ ਅਤੇ ਅੱਜ ਤੱਕ ਪਾਕਿਸਤਾਨ ਦਾ ਹਿੱਸਾ ਆਜ਼ਾਦ ਕਸ਼ਮੀਰ ਅਖਵਾਉਂਦਾ ਹੈ। ਹਿੰਦੁਸਤਾਨ ਵਿੱਚ ਰਹਿ ਚੁੱਕੇ ਕਸ਼ਮੀਰੀ ਮੁਸਲਮਾਨ ਵੀ ਖੁਦ ਮੁਖਤਿਆਰ ਹੋਣਾ ਜਾਂ ਘੱਟੋ ਘੱਟ ਪਾਕਿਸਤਾਨ ਜਾਣਾ 1947 ਤੋਂ ਲੈ ਕੇ ਅੱਜ ਤੱਕ ਲੋਚਦੇ ਰਹੇ ਹਨ। ਉਹਨਾਂ ਦੇ ਵੱਡੇ ਲੀਡਰ ਜਨਾਬ ਸ਼ੇਖ ਅਬਦੁੱਲਾ ਨੂੰ ਦੇਸ਼ ਧਰੋਹੀ ਦੇ ਦੋਸ਼ ਵਿੱਚ ਲਗਾਤਾਰ 2 ਦਹਾਕੇ ਜੇਲ੍ਹ ਵਿੱਚ ਰੱਖਿਆ ਗਿਆ, ਪਰੰਤੂ ਕਸ਼ਮੀਰੀ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਸੰਵਿਧਾਨ ਵਿੱਚ ਵਿਸ਼ੇਸ਼ ਧਾਰਾ 370 ਰੱਖੀ ਗਈ, ਜਿਸ ਅਧੀਨ ਉਹਨਾਂ ਨੂੰ ਨੀਮ ਆਜ਼ਾਦੀ ਦਿੱਤੀ ਗਈ। ਫਿਰ ਵੀ ਉਹਨਾਂ ਦਾ ਪੂਰਨ ਆਜ਼ਾਦੀ ਲਈ ਜੋਸ਼ ਮੱਠਾ ਨਹੀਂ ਹੋਇਆ। ਆਖਰ ਸ਼ੇਖ ਸਾਹਿਬ ਨੂੰ ਰਿਹਾ ਕਰਕੇ ਮੁੱਖ ਮੰਤਰੀ ਬਣਾਇਆ ਗਿਆ, ਪਰ ਇਸ ਹਠੀ ਆਗੂ ਨੇ ਗੁਰੂ ਤੇਗ ਬਹਾਦਰ ਦੇ ਅਸੂਲਾਂ ਤੇ ਚੱਲਦਿਆਂ ਆਪਣਾ ਸਿਰੜ ਨਾ ਛੱਡਿਆ। ਉਹਨਾਂ ਦੀ ਸਿੰਘ ਗਰਜਨਾ ਕਿ ਜੇ ਧਾਰਾ 370 ਨੂੰ ਖਾਰਜ ਕੀਤਾ ਗਿਆ ਤਾਂ ਕਸ਼ਮੀਰ ਪੂਰਨ ਆਜ਼ਾਦੀ ਦੀ ਲੜਾਈ ਆਰੰਭ ਦੇਵੇਗਾ, ਅਮੂਮਨ ਅਖਬਾਰਾਂ ਵਿੱਚ ਛਪਦੀ ਰਹਿੰਦੀ ਹੈ। ਤੀਜਾ, ਕਸ਼ਮੀਰੀਆਂ ਦੀ ਇਸ ਸ਼ਲਾਘਾਯੋਗ ਜੱਦੋ-ਜਹਿਦ ਵਿੱਚ 2 ਨੁਕਤੇ ਗੌਰ ਦੇ ਕਾਬਿਲ ਹਨ। ਇੱਕ ਤਾਂ ਇਹ ਕਿ ਕਸ਼ਮੀਰ ਦਾ ਜਨਮ ਗੱਦਾਰੀ ਦੇ 20 ਤੋਂ ਹੋਇਆ ਅਤੇ ਉਸ ਦਿਨ ਤੋਂ ਅੱਜ ਤੱਕ ਕਸ਼ਮੀਰ ਹਿੰਦੁਸਤਾਨ ਦੇ ਨੁਕਤੇ ਨਜ਼ਰੀਆ ਤੋਂ ਵੇਖਿਆ ਨੰਗਾ ਚਿੱਟਾ ਗੱਦਾਰ ਰਿਹਾ। ਇਹ ਗੱਲ ਯਕੀਨੀ ਹੈ ਕਿ ਸੁਤੰਤਰ ਹੋ ਕੇ ਵੀ ਕਸ਼ਮੀਰ ਦੇ ਸਬੰਧ ਹਮ ਮਜ਼ਹਬ ਪਾਕਿਸਤਾਨ ਨਾਲ ਹਿੰਦੁਸਤਾਨ ਨਾਲੋਂ ਚੰਗੇ ਰਹਿਣਗੇ ਔਰ ਇਹ ਵੀ ਹਿੰਦੁਸਤਾਨ ਗੱਦਾਰੀ ਹੀ ਸਮਝੂ। ਚੌਥਾ, ਇਸ ਦੇ ਮੁਕਾਬਲੇ ਵਿੱਚ ਤੱਕੋ ਪੰਜਾਬ ਵੱਲ। ਦਿੱਲੀ ਦੇ ਮੁਗਲ ਸ਼ਹਿਨਸ਼ਾਹ ਨੇ 4 ਮਹੱਲ ਯਾਨੀ ਪੰਜਾਬ ਦਾ ਦਿਲ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੱਤਾ ਸੀ ਅਤੇ ਬਾਕੀ ਉੱਤੇ ਵੀ ਉਸਦਾ ਹੱਕ ਅਮਲੀ ਤੌਰ ਉੱਤੇ ਮੰਨ ਲਿਆ ਸੀ। ਉਸਨੇ ਆਪਣਾ ਸੂਬੇਦਾਰ ਇੱਥੇ ਨਿਯੁਕਤ ਕੀਤਾ। ਘੋੜੀਆਂ ਦੀਆਂ ਕਾਠੀਆਂ ਉੱਤੇ ਘਰ ਕਰਨ ਵਾਲੇ ਫਾਕੇ ਕੱਟਦੇ ਫਕੀਰ ਸਿੰਘਾਂ ਨੇ ਅਬਦਾਲੀ ਦੇ ਸੂਬੇਦਾਰ ਨੂੰ ਕੱਢ ਕੇ ਪੰਜਾਬ ਨੂੰ ਹਿੰਦੁਸਤਾਨ ਵਿੱਚ ਮਿਲਾਇਆ। ਸਰਦਾਰ ਜੱਸਾ ਸਿੰਘ ਦੀ ਕਮਾਨ ਹੇਠ ਸਿੱਖਾਂ ਦੇ ਰਾਜਸੀ ਜੀਵਨ ਦੀ ਸ਼ੁਰੂਆਤ ਦੀ ਇਹ ਪਹਿਲੀ ਬਖਸ਼ਿਸ਼ ਹਿੰਦੁਸਤਾਨ ਨੂੰ ਸੀ। ਇਉਂ ਸਦੀਆਂ ਤੋਂ ਹਿੰਦੁਸਤਾਨ ਦਾ ਧਨ ਤੇ ਇੱਜ਼ਤ ਲੁੱਟਣ ਵਾਲੇ ਜਾਬਰਾਂ ਦੇ ਸਿੱਖਾਂ ਨੇ ਮੂੰਹ ਮੋੜੇ। ਜਦੋਂ ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਹੇਠ ਸੀ, ਉਦੋਂ ਇਸ ਭੂਖੰਡ ਦੀ ਅਣਖ ਦਾ ਇੱਕੋ ਇੱਕ ਰਾਖਾ ਪੰਜਾਬ ਬਣਿਆ। ਪੰਜਵਾਂ, ਅੰਗਰੇਜ਼ਾਂ ਨਾਲ ਲੜੀ ਆਜ਼ਾਦੀ ਦੀ ਜੰਗ ਵਿੱਚ ਸਿੱਖਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਸਮੁੱਚੇ ਹਿੰਦੁਸਤਾਨ ਦੀਆਂ ਕੁਰਬਾਨੀਆਂ ਨਾਲੋਂ ਸਿੱਖਾਂ ਦੀਆਂ ਕੁਰਬਾਨੀਆਂ ਵੱਧ ਸਨ। ਜੋ ਆਜ਼ਾਦੀ ਜੱਦੋ-ਜਹਿਦ ਨਾਲ ਮਿਲੀ ਹੈ ਤਾਂ ਨਿਸ਼ਚੇ ਹੀ ਇਹ ਸਿੱਖਾਂ ਦੀ ਦੂਸਰੀ ਵੱਡੀ ਦਾਤ ਹਿੰਦੁਸਤਾਨ ਨੂੰ ਹੈ। ਉਸ ਸਮੇਂ ਪੂਰਨ ਸੂਝ-ਬੂਝ ਰੱਖਦਿਆਂ ਸਿੱਖਾਂ ਨੇ ਆਪਣੇ ਆਪ ਨੂੰ ਆਪਣੇ ਜਨਮ ਸਿੱਧ ਹੱਕ ਤੀਜੀ ਕੌਮ ਦੇ ਅਧਿਕਾਰਾਂ ਤੋਂ ਵੰਚਿਤ ਰੱਖਿਆ। ਪਾਕਿਸਤਾਨ ਦੀ ਦਿਲ ਖਿੱਚਵੀਂ ਪੇਸ਼ਕਸ਼ ਨੂੰ ਠੁਕਰਾ ਕੇ ਹਿੰਦੁਸਤਾਨ ਵਿੱਚ ਰਹਿਣਾ ਮਨਜ਼ੂਰ ਕੀਤਾ। ਵੰਡ ਕਾਰਨ ਟੁੱਟੇ ਲੱਕ ਵਾਲੇ ਸਿੱਖ ਕੁਝ ਸਾਲਾਂ ਵਿੱਚ ਹੀ ਸਾਰੇ ਹਿੰਦੁਸਤਾਨ ਦੇ ਅੰਨਦਾਤੇ ਬਣ ਗਏ ਅਤੇ ਅੰਨ ਦੀ ਉਪਜ ਵਿੱਚ ਉਹ ਕ੍ਰਾਂਤੀ ਲਿਆਏ ਜਿਸ ਕਾਰਨ ਭਾਰਤ ਦਾ ਸਿਰ ਸੰਸਾਰ ਸਾਹਮਣੇ ਉੱਚਾ ਹੋਇਆ ਅਤੇ ਉਸ ਨੂੰ ਮੰਗਣ ਵਾਲਾ ਠੂਠਾ ਫੜਨ ਦੀ ਲੋੜ ਨਾ ਰਹੀ। ਨਿਰੋਲ ਆਪਣੇ ਬਾਹੂਬਲ ਦੇ ਭਰੋਸੇ ਸਿੱਖਾਂ ਛੋਟੀ ਸਨਅਤ ਉਸਾਰੀ ਜੋ ਅੱਜ ਭਾਰਤ ਦੀ ਰੀੜ੍ਹ ਦੀ ਹੱਡੀ ਬਣੀ ਹੋਈ ਹੈ। ਖੇਡਾਂ ਦੇ ਮੈਦਾਨ ਵਿੱਚ ਜੋ ਸਨਮਾਨ ਭਾਰਤ ਨੇ ਪ੍ਰਾਪਤ ਕੀਤਾ ਉਹ ਸਿੱਖਾਂ ਕਾਰਨ।
ਪਾਕਿਸਤਾਨ ਅਤੇ ਚੀਨ ਨਾਲ ਲੜਾਈਆਂ ਵਿੱਚ ਸਭ ਤੋਂ ਅੱਗੇ ਹੋ ਕੇ ਸਿੱਖ ਲੜੇ। ਪਿਛਲੇ 1000 ਵਰ੍ਹਿਆਂ ਵਿੱਚ ਜੋ ਇੱਕੋ ਇੱਕ ਜੰਗ ਬੰਗਲਾਦੇਸ਼ ਦੀ ਜੰਗ ਹਿੰਦੁਸਤਾਨ ਨੇ ਜਿੱਤੀ, ਉਸ ਦਾ ਸਿਹਰਾ ਸਿੱਖ ਫੌਜਾਂ ਤੇ ਸਿੱਖ ਜਰਨੈਲਾਂ ਸਿਰ ਹੈ। ਐਮਰਜੈਂਸੀ ਦੌਰਾਨ ਇਹਨਾਂ ਦੇ ਪਾਏ ਹਿੱਸੇ ਦੀ ਲਿਖਤ ਤੋਂ ਅਜੇ ਸਿਆਹੀ ਵੀ ਨਹੀਂ ਸੁੱਕੀ। ਜ਼ਮਾਨਾ ਗਵਾਹ ਹੈ ਕਿ ਕੇਵਲ ਇਹਨਾਂ ਨੇ ਆਜ਼ਾਦੀ ਦਾ ਦੀਵਾ ਬਾਲਦਾ ਰੱਖਿਆ। 6ਵਾਂ, ਇੰਨਾ ਕੁਝ ਹੁੰਦਿਆਂ ਹੋਇਆਂ ਵੀ ਬਾਕੀ ਹਿੰਦੁਸਤਾਨ ਨੇ ਸਿੱਖਾਂ ਨੂੰ ਕਦੇ ਕਾਬਲੇ ਇਤਬਾਰ ਨਾ ਸਮਝਿਆ। ਸਾਰੇ ਭਾਰਤ ਵਿੱਚ ਬੋਲੀ ਦੇ ਆਧਾਰ ਤੇ ਸੁੱਤੇ ਸਿੱਧ ਹੀ ਸੂਬੇ ਬਣਾਉਣ ਤੋਂ ਬਾਅਦ ਵੀ ਸਿੱਖਾਂ ਨੂੰ ਪੰਜਾਬੀ ਸੂਬੇ ਦੀ ਲੰਮੀ ਲੜਾਈ ਵਿੱਚ ਉਲਝਾਈ ਰੱਖਿਆ ਅਤੇ ਬੇਅੜਕ ਕੁਰਬਾਨੀਆਂ ਮੰਗੀਆਂ। ਸਿੱਖਾਂ ਦੇ ਸਭ ਤੋਂ ਵੱਧ ਹਿੰਦੂ ਦਮ ਭਰਨ ਵਾਲੇ ਲੀਡਰ ਮਾਸਟਰ ਤਾਰਾ ਸਿੰਘ ਨੂੰ ਪਾਕਿਸਤਾਨ ਦਾ ਏਜੰਟ ਕਹਿ ਕੇ ਭੰਡਿਆ ਜਾਂਦਾ ਰਿਹਾ। ਸਿੱਖ ਕੌਮ ਨੂੰ ਖੁਆਰ ਅਤੇ ਕੱਖਾਂ ਤੋਂ ਹੌਲੇ ਕਰਕੇ ਮਾਰਨ ਦੀ ਜੋ ਨੀਤੀ ਕਾਂਗਰਸ ਸਰਕਾਰ ਨੇ ਬਣਾਈ ਸੀ ਅਤੇ ਜਿਸ ਅਧੀਨ ਆਜ਼ਾਦੀ ਦੀ ਸਵੇਰ ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ ਸੀ, ਉਹ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ। ਨਵੀਂ ਬਣੀ ਜਨਤਾ ਸਰਕਾਰ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਪਹਿਲੇ ਦੌਰੇ ਵਿੱਚ ਕਹਿ ਗਏ ਸਨ, ਜੋ ਪੰਜਾਬੀ ਸੂਬਾ ਬਣਾਉਣਾ ਇੱਕ ਗਲਤੀ ਸੀ। ਲੁਧਿਆਣੇ ਆਪ ਨੇ ਫਰਮਾਇਆ ਕਿ ਸਿੱਖਾਂ ਨੂੰ ਅਕਾਲੀ ਦਲ ਖਤਮ ਕਰਕੇ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਦੋਵੇਂ ਬਿਆਨਾਂ ਦਾ ਰਲਵਾਂ ਬੋਝ ਹੈ। ਜੇ ਸਿੱਖ ਆਪਣੀਆਂ ਜਥੇਬੰਦੀਆਂ ਖਤਮ ਕਰਕੇ ਜਨਤਾ ਪਾਰਟੀ ਵਿੱਚ ਨਾ ਮਿਲੇ ਤਾਂ ਪੰਜਾਬੀ ਸੂਬੇ ਦੀ ਗਲਤੀ ਨੂੰ ਦਰੁਸਤ ਕਰਕੇ ਉਹਨਾਂ ਨੂੰ ਗਲੀਆਂ ਦੇ ਕੱਖਾਂ ਵਾਂਗ ਫੇਰ ਰੋਲਿਆ ਜਾਵੇਗਾ। ਅਜੋਕੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਪੈਸੇ ਪੱਖੋਂ ਨੰਗ ਅਤੇ ਧਰਮ ਪੱਖੋਂ ਬੇਅਣਖ ਕਰਨ ਦੀ ਨੀਤੀ ਅਪਣਾ ਕੇ ਹੁਣ ਫੇਰ ਸਿੱਖਾਂ ਨੂੰ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਮਜਬੂਰ ਕਰ ਦਿੱਤਾ ਹੈ। 7ਵਾਂ, ਕਸ਼ਮੀਰ ਤੇ ਪੰਜਾਬ ਦੀ ਇਸ ਦਾਸਤਾਨ ਨੂੰ ਪੜ੍ਹ ਕੇ ਨੈਸ਼ਨਲਿਸਟ ਸਿੱਖ ਤੇ ਹਿੰਦੂ ਦੱਸਣ ਕਿ ਕੀ ਸਿੱਖਾਂ ਨਾਲ ਵਿਤਕਰਾ ਨਹੀਂ ਹੋ ਰਿਹਾ। ਕੀ ਸਾਡੇ ਉੱਤੇ ਭਾਰਤ ਸਰਕਾਰ ਨੂੰ ਓਨਾ ਹੀ ਯਕੀਨ ਹੈ ਜਿੰਨਾ ਇਹਨਾਂ ਨੂੰ ਕਸ਼ਮੀਰ ਦੇ ਮੁਸਲਮਾਨਾਂ ਤੇ ਹੈ। ਕੀ ਸਾਡੀ ਘਾਲ ਕਮਾਈ ਦਾ ਇਹੋ ਸਹੀ ਇਲਜ਼ਾਨਾ ਹੈ। 8ਵਾਂ, ਅੱਜ ਅਸੀਂ ਸਰਹੰਦ ਦੀ ਮਿੱਟੀ ਨੂੰ ਮੱਥੇ ਲਾ ਕੇ ਪ੍ਰਣ ਕਰਦੇ ਹਾਂ ਕਿ ਅੱਗੋਂ ਹਿੰਦੂਆਂ ਦਾ ਭਰੋਸਾ ਜਿੱਤਣ ਦੀ ਹਰ ਕੋਸ਼ਿਸ਼ ਨੂੰ ਬੇਕਾਰ ਜਾਣਦੇ ਹੋਏ ਤਿਆਗਾਂਗੇ। ਹੁਣ ਤਾਂ ਤੁਸੀਂ ਭਰੋਸਾ ਦਿਵਾਓ ਕਿ ਤੁਹਾਨੂੰ ਸਾਡੇ ਉੱਤੇ ਭਰੋਸਾ ਹੈ। ਅਸੀਂ ਪੰਥ ਆਜ਼ਾਦ ਚਾਹੁੰਦੇ ਹਾਂ। ਪੰਥ ਸਾਨੂੰ ਅਵਲ, ਦੌਮ ਅਤੇ ਅੰਤ ਹੈ, ਪਰ ਅਸੀਂ ਅਜੇ ਤੱਕ ਭਾਰਤ ਦਾ ਅੰਗ ਬਣ ਕੇ ਰਹਿਣਾ ਚਾਹੁੰਦੇ ਹਾਂ। ਅਸੀਂ ਹਿੰਦੁਸਤਾਨ ਅਤੇ ਸਾਰੇ ਸੰਸਾਰ ਦੀ ਸੇਵਾ ਦੇ ਸੱਚੇ ਦਿਲੋਂ ਚਾਹਵਾਨ ਹਾਂ। ਪਿਛਲੀਆਂ 5 ਸਦੀਆਂ ਸਾਡੀ ਜ਼ੁਬਾਨ ਤੇ ਉਹ ਰਿਹਾ ਹੈ ਜੋ ਸਾਡੇ ਦਿਲ ਵਿੱਚ ਸੀ। 9ਵਾਂ, ਜੇ ਸਾਡੇ ਉੱਤੇ ਭਰੋਸਾ ਕਰਨ ਦੇ ਚਾਹਵਾਨ ਹੋ ਤਾਂ ਅਸੀਂ ਤੁਹਾਨੂੰ ਪਹਿਲਾ ਕਦਮ ਦੱਸਦੇ ਹਾਂ ਕਿ ਕਿਵੇਂ ਤੁਹਾਡੀ ਨੀਅਤ ਉੱਤੇ ਸਾਡਾ ਯਕੀਨ ਬੱਝੂ। ਸਾਰੇ ਭਾਰਤ ਵਿੱਚ ਸਿੱਖਾਂ ਨੂੰ ਉਹਨਾਂ ਦੀ ਗਿਣਤੀ ਅਨੁਸਾਰ ਨੁਮਾਇੰਦਗੀ ਦਿਓ ਅਤੇ ਭਾਰਤ ਦੇ ਸੰਵਿਧਾਨ ਦੀ ਜੰਮੂ ਕਸ਼ਮੀਰ ਮੁਤਲਕ 370ਵੀਂ ਧਾਰਾ ਵਿੱਚ ਜਿੱਥੇ-ਜਿੱਥੇ ਪਹਿਲਾਂ ਜੰਮੂ ਅਤੇ ਕਸ਼ਮੀਰ ਲਿਖਿਆ ਹੋਇਆ ਸੀ, ਉੱਥੇ-ਉੱਥੇ ਨਾਲੋਂ ਨਾਲ ਸੂਬਾ ਪੰਜਾਬ ਲਿਖ ਦਿਓ। ਤਾਂ ਅਸੀਂ ਜਾਣਾਂਗੇ ਕਿ ਤੁਹਾਡੀ ਨੀਅਤ ਨੇਕ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਧਾਰਾ 370 ਕੇਵਲ 1950 ਵਾਲੀ ਹੀ ਹੋ ਸਕਦੀ ਹੈ। 10ਵਾਂ, ਕਈ ਮੱਕਾਰ ਸਿੱਖ ਅਜੇ ਵੀ ਹਿੰਦੂ ਸਰਕਾਰ ਉੱਤੇ ਅਥਾਹ ਵਿਸ਼ਵਾਸ ਰੱਖਦੇ ਹਨ ਅਤੇ ਉਸ ਦੀ ਹਾਮੀ ਭਰਦੇ ਹਨ। ਕਈ ਹਿੰਦੂ ਸੱਚੇ ਝੂਠੇ ਦਿਲੋਂ ਹਿੰਦੂਆਂ ਨੂੰ ਸਿੱਖਾਂ ਦੇ ਖੈਰ ਖਵਾਹ ਸਮਝਦੇ ਹਨ। ਸਾਡੀ ਦੋਹਾਂ ਨੂੰ ਲਲਕਾਰ ਹੈ ਕਿ ਜਾਂ ਤਾਂ ਸਾਡੀ ਮਾਮੂਲੀ ਮੰਗ ਸਰਕਾਰ ਤੋਂ ਮਨਵਾ ਕੇ ਵਿਖਾਓ ਜਾਂ ਅੱਗੇ ਤੋਂ ਨਿੱਤਰ ਕੇ ਸਾਹਮਣੇ ਆਓ। ਝੂਠੀ ਦਿਆਨਤਦਾਰੀ ਮੱਕਾਰੀ ਦੇ ਬੁਰਕੇ ਛੱਡੋ ਅਤੇ ਮਰਦਾਂ ਵਾਂਗ ਸਿੱਖ ਕੌਮ ਦੇ ਜ਼ਾਇਦ ਹੱਕਾਂ ਲਈ ਡਟ ਜਾਓ। ਸੱਚ ਕੀ ਬਾਣੀ ਨਾਨਕ ਆਖੈ। ਜਿੱਥੇ ਅਦੁੱਤੀ ਇਨਕਲਾਬੀ ਤੱਥਾਂ ਨਾਲ ਭਰਪੂਰ ਸਿੱਖ ਇਤਿਹਾਸ ਇੱਕ ਗੌਰਵਮਈ ਵਿਰਸਾ ਹੋ ਨਿਬੜਦਾ ਹੈ, ਉੱਥੇ ਇਸ ਦੇ ਅਨੇਕਾਂ ਪੱਖ ਐਸੇ ਵੀ ਹਨ ਜਿਨ੍ਹਾਂ ਨੂੰ ਘੱਟੋ ਘੱਟ ਰਹੱਸਮਈ ਘਟਨਾਵਾਂ ਦੀ ਉਪਜ ਹੀ ਆਖਿਆ ਜਾ ਸਕਦਾ ਹੈ। ਇਹਨਾਂ ਵਿੱਚ ਦਸ਼ਮੇਸ਼ ਦੇ ਖਾਸ ਸਿੰਘਾਂ ਦਾ ਮੁਸ਼ਕਲ ਸਮੇਂ ਬੰਦੇ ਦਾ ਸਾਥ ਛੱਡ ਜਾਣਾ, ਘੋੜ ਚੜਿਆਂ ਦਾ ਮੁੱਦਕੀ ਵਿੱਚ ਅੰਗਰੇਜ਼ ਫੌਜ ਉੱਤੇ ਹਮਲਾ ਨਾ ਕਰਨ ਤੋਂ ਲੈ ਕੇ 1947 ਵਿੱਚ ਸਭ ਕੁਝ ਹੁੰਦਿਆਂ ਸੁੰਦਿਆਂ ਨਿਤਾਣੇ ਹੋ ਜਾਣਾ ਆਦਿ ਘਟਨਾਵਾਂ ਆਉਂਦੀਆਂ ਹਨ। ਮਾਸਟਰ ਤਾਰਾ ਸਿੰਘ ਜੀ ਨੇ ਪੂਰੀ ਤਨਦੇਹੀ ਨਾਲ ਬੋਲੀ ਉੱਤੇ ਆਧਾਰਿਤ ਪੰਜਾਬੀ ਸੂਬੇ ਦੀ ਲੜਾਈ ਲੜੀ। ਮੰਜ਼ਲ ਨੇੜੇ ਆਉਂਦਿਆਂ ਹੀ ਸਿੱਖ ਸਿਆਸਤ ਨੇ ਉਸ ਮੋਢੀ ਸੰਤ ਫਤਿਹ ਸਿੰਘ ਨੂੰ ਅੱਗੇ ਲਾ ਲਿਆ, ਜਿਸ ਨੇ ਵਿਰੋਧੀ ਕਾਂਗਰਸੀ ਪਾਰਟੀ ਦੀ ਮਨਮਰਜ਼ੀ ਦਾ ਲੰਗੜਾ ਲੂਲਾ ਪੰਜਾਬੀ ਸੂਬਾ ਸਾਡੇ ਘਰ ਬੜਾ ਸੋਹਣਾ ਕਾਕਾ ਹੋਇਆ
आख के झोली पवा लिया। पंजाबी सूबे नूं मुकम्मल करन खातर सिख अज तक घट्टो घट्ट 1.25 लाख सिर दे चुके हैं। इसे तरह 1973 तो लैके 1995 तक अकाली हिंदुस्तान नूं बहुसंघी राज मनवाउण लई लड़दे रहे। 1996 विच जदों फैडरल ढांचे दीआं मुद्दई सियासी जमातां दी सरकार बनदी नज़र आई तां इह उन्हां नालों तोड़ विछोड़ा करके उस पार्टी नाल जा खड़े जो मुकम्मल तौर उत्ते फैडरलिज्म संघवाद दे विरुद्ध है। ਲੱਖਾਂ लोकां दी कुर्बानी मिट्टी विच मिल गई। ਐਵੇਂ होया जिवें तां होना सी जे श्री कृष्ण महाभारत दे 16वें दिन पांडवां दा साथ छड्ड के कौरवां दी पिठ उत्ते जा खड़दे। धर्म युद्ध मोर्चा आदि दीआं मंगां असंगत हो गईयां ਅਤੇ ਹੁਣ ਕਦੇ ਵੀ ਦੁਬਾਰਾ ਮੋਰਚਾ ਨਾ ਲਾਉਣ ਦੀਆਂ ਕਸਮਾਂ ਖਾਧੀਆਂ ਜਾ ਰਹੀਆਂ ਹਨ। ਕਿੱਥੇ ਗਏ ਉਹ ਲੋਕ ਜੋ ਧਰਮ ਯੁੱਧ ਵਿੱਚ ਗਾਨੇ ਬੰਨ ਕੇ ਪੁੱਤਾਂ ਨੂੰ ਤੋਲਦੇ ਸਨ, ਸਾਲਾਂ ਬੱਧੀ ਜੇਲਾਂ ਦੇ ਤਸੀਹੇ ਸਹਿੰਦੇ ਸਨ। ਧਰਮ ਯੁੱਧ ਦੇ ਸ਼ਹੀਦਾਂ ਦੀਆਂ ਲਾਸ਼ਾਂ ਅਜੇ ਮੈਦਾਨ ਵਿੱਚ ਪਈਆਂ ਹਨ। ਕਿਸੇ ਇੱਕ ਮਸਲੇ ਦਾ ਹੱਲ ਨਹੀਂ ਹੋਇਆ ਤੇ ਮੋਢੀਆਂ ਦੇ ਮੂੰਹੋਂ ਇਹ ਸੁਣ ਕੇ ਲੋਕ ਖਾਮੋਸ਼ ਹਨ ਕਿ ਅੱਗੋਂ ਤੋਂ ਮੋਢੀ ਹਿੰਦੁਸਤਾਨ ਨੂੰ ਇੱਕ ਕੇਂਦਰੀ ਸਮਾਜ ਬਣਾਉਣ ਵਾਲਿਆਂ ਨਾਲ ਹਨ। ਕੀ ਹੁਣ ਇਹ ਅਕਾਲੀ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਖਾਤਰ ਅਤੇ ਮਸਜਿਦਾਂ ਢਾਉਣ ਖਾਤਰ ਅਗਲਾ ਮੋਰਚਾ ਲਾਉਣਗੇ ਅਤੇ ਕੀ ਧਰਮ ਯੁੱਧ ਮੋਰਚੇ ਵਾਂਗ ਹੀ ਵਰਕਰ ਕੁਰਬਾਨੀਆਂ ਕਰਨਗੇ? ਅਕਾਲੀ ਦਲ ਦੇ ਅਸਲ ਸਿਧਾਂਤਕ ਪੱਖ ਨੂੰ ਪ੍ਰਚੰਡ ਕਰਨ ਲਈ ਅਤੇ ਦਲ ਦੇ ਇਤਿਹਾਸਕ ਸਰਬ ਕਲਿਆਣਕਾਰੀ ਮੁੱਦਿਆਂ ਨੂੰ ਉਜਾਗਰ ਕਰਨ ਖਾਤਰ ਪਿੱਛੇ 2 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜੋ ਯਾਦ ਪੱਤਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੰਸਦ ਭਵਨ ਜਾ ਕੇ ਭੇਟ ਕੀਤਾ, ਉਸ ਦੇ ਮੁੱਖ ਅੰਸ਼ ਇਸ ਪ੍ਰਕਾਰ ਹਨ। ਪਹਿਲਾ, ਅਸੀਂ ਸੰਸਾਰ ਨੂੰ ਇਹ ਦੱਸਣ ਲਈ ਉਤਾਵਲੇ ਹਾਂ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਉੱਤੇ ਕੈਸੇ ਕਹਿਰ ਢਾਏ ਹਨ। ਦੂਸਰੇ, ਭਾਰਤ ਵਾਸੀ ਵੀ ਇਹ ਜਾਣਨ ਕਿ ਸਿੱਖਾਂ ਨਾਲ 1947 ਤੋਂ ਪਹਿਲਾਂ ਕੀਤੇ ਵਾਅਦਿਆਂ ਦਾ ਕੀ ਬਣਿਆ, ਕਿ ਇਸ ਦਾ ਕੋਈ ਯੋਗ ਪ੍ਰਬੰਧ ਨਹੀਂ ਹੋ ਸਕਦਾ। ਅਸੀਂ ਸ਼੍ਰੀ ਦਰਬਾਰ ਸਾਹਿਬ ਉੱਤੇ 1984 ਦੇ ਹਮਲੇ ਦੇ ਪਿਛੋਕੜ ਦਾ ਪੂਰਾ ਲੇਖਾ ਜੋਖਾ ਸਾਰੇ ਭਾਰਤ ਦੇ ਸਨਮੁਖ ਖੜ ਕੇ ਕਰਨਾ ਚਾਹੁੰਦੇ ਹਾਂ। ਦੂਜਾ, ਸਾਰੇ ਭਾਰਤ ਦੇ ਇਤਿਹਾਸ ਵਿੱਚ ਮਨੁੱਖ ਆਪਣੇ ਤੋਂ ਵਿਛੜਿਆਂ ਦੇ ਮਰਨ ਸੰਸਕਾਰ ਕਰਦਾ ਆਇਆ ਹੈ। ਅਸੀਂ ਉਸ ਬਦਨਸੀਬ ਕੌਮ ਵੱਲੋਂ ਤੁਹਾਡੇ ਕੋਲੋਂ 1983 ਤੋਂ ਲੈ ਕੇ ਅੱਜ ਤੱਕ ਸਰਕਾਰ ਵੱਲੋਂ ਮਾਰੇ ਲੋਕਾਂ ਦੀ ਲਿਸਟ ਮੰਗਦੇ ਹਾਂ ਤਾਂ ਕਿ ਅਸੀਂ ਅੰਤਮ ਅਰਦਾਸ ਤਾਂ ਕਰ ਸਕੀਏ। ਵੇਖੋ ਸਾਡੀ ਬਦਕਿਸਮਤੀ ਕਿ ਜਿਸ ਬਹੁਗਿਣਤੀ ਦੇ ਮਰਨੇ ਅਸੀਂ 500 ਸਾਲ ਮਰਦੇ ਰਹੇ, ਅੱਜ ਵੱਡਾ ਤੋਹਫਾ ਸਮਝ ਕੇ ਆਪਣੇ ਸ਼ਹੀਦਾਂ ਦੇ ਥਾਂ ਪਤੇ ਅਸੀਂ ਉਸੇ ਬਹੁਗਿਣਤੀ ਦੇ ਪ੍ਰਧਾਨ ਮੰਤਰੀ ਕੋਲੋਂ ਮੰਗ ਰਹੇ ਹਾਂ। ਸੁਪਰੀਮ ਕੋਰਟ ਨੇ ਹੁਣੇ 984 ਦੀ ਦੱਸ ਪਾਈ ਹੈ, ਪਰ ਪੰਜਾਬ ਦਾ ਹਰ ਬਾਸ਼ਿੰਦਾ ਜਾਣਦਾ ਹੈ ਕਿ ਇਹ ਬਰਫ਼ ਦੇ ਤੋਦੇ ਦਾ 100ਵਾਂ ਹਿੱਸਾ ਹੀ ਹੈ। ਕਿ ਬੇਜਾਨ ਲਾਸ਼ਾਂ ਨੂੰ ਲੱਭਦਾ ਸਰਦਾਰ ਖਾਲੜਾ ਵੀ ਉਹਨਾਂ ਸੰਗ ਅਭੇਦ ਹੋ ਗਿਆ। ਤੀਜਾ, ਤੁਹਾਨੂੰ ਇਹ ਜਾਣ ਕੇ ਦੁੱਖ ਹੋਵੇਗਾ ਕਿ ਜਿਸ ਅਦੁੱਤੀ ਦਰਬਾਰ ਸਾਹਿਬ ਵਿੱਚ ਤੁਸੀਂ ਮੱਥਾ ਟੇਕਣ ਗਏ ਸੀ ਅਤੇ ਜਿੱਥੇ ਹਿੰਦੁਸਤਾਨ ਦੇ 3 ਪ੍ਰਧਾਨ ਮੰਤਰੀ ਅਕੀਦਤ ਲਈ ਪਿਛਲੇ ਸਮਿਆਂ ਵਿੱਚ ਪਹੁੰਚ ਚੁੱਕੇ ਹਨ, ਉਹ ਪਵਿੱਤਰ ਦਰਬਾਰ ਬੰਦੀ ਜੀਵਨ ਬਤੀਤ ਕਰ ਰਿਹਾ ਹੈ। ਅੰਦਰ ਬਾਹਰ ਪੁਲਿਸ ਦੇ ਘੇਰੇ ਹਨ, ਜਿਵੇਂ ਕਿ ਫੌਜ ਦੇ ਘੇਰੇ ਵਿੱਚ ਜੰਗੀ ਕੈਦੀ ਹੋਣ। ਪ੍ਰਧਾਨ ਮੰਤਰੀ ਜੀ, ਜਿਨ੍ਹਾਂ ਦਾ ਦਰਬਾਰ ਕੈਦੀ ਹੋਵੇ, ਉਹ ਸਿੱਖ ਭਾਰਤ ਵਿੱਚ ਕਿਵੇਂ ਆਪਣੇ ਆਪ ਨੂੰ ਸੁਤੰਤਰ ਮਹਿਸੂਸ ਕਰ ਸਕਦੇ ਹਨ? ਇਹ ਸੌੜੇਪਨ ਦੀਆਂ ਹੇਠੀਆਂ ਮਜਬੂਰੀਆਂ ਭਰੀਆਂ ਸਿਆਸਤਾਂ ਤਿਆਗੋ ਅਤੇ ਨਵੀਆਂ ਹੌਸਲੇ ਵਾਲੀਆਂ ਪੁਲਾਂਘਾਂ ਪੁੱਟੋ। ਅਸੀਂ ਸ਼੍ਰੀ ਦਰਬਾਰ ਸਾਹਿਬ ਦੀ ਉਹ ਸ਼ਾਨੋ ਸ਼ੌਕਤ ਵਾਪਸ ਹੁੰਦੀ ਵੇਖਣ ਲਈ ਉਤਾਵਲੇ ਹਾਂ। ਚੌਥਾ, ਹਮਲੇ ਲਈ ਮੁਆਫੀ ਮੰਗਣ ਦਾ ਮਾਮਲਾ ਪਹਿਲਾਂ ਹੀ ਤੁਹਾਡੇ ਵਿਚਾਰ ਅਧੀਨ ਹੈ। ਇਸੇ ਬਾਰੇ ਅਸੀਂ ਇਹੋ ਆਖਣਾ ਹੈ ਕਿ ਇਹ ਮਹਾਨ ਸੰਸਕ੍ਰਿਤੀ ਦੇ ਮਹਾਨ ਸਪੂਤ ਨੂੰ ਇਹੋ ਸੋਭਦਾ ਹੈ ਕਿ ਵੱਡਾ ਦਿਲ ਕਰਕੇ ਉਹ ਤਹਿ ਦਿਲੋਂ ਮੁਆਫੀ ਮੰਗੇ। ਸੰਗ ਦਿਲੀ ਨਾਲ ਉਚਾਰੇ ਟੁੱਟੇ ਦਮ ਤੋੜਦੇ ਲਫ਼ਜ਼ ਪੰਜਾਬ ਦਾ ਦਿਲ ਨਹੀਂ ਜਿੱਤ ਸਕਦੇ। ਪੰਜਵਾਂ, ਹਜ਼ਾਰਾਂ ਸਿੱਖ ਅੱਜ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਕੈਦੀ ਡੱਕੇ ਹੋਏ ਹਨ। ਕਿਸੇ ਦਾ ਕੋਈ ਜੁਰਮ ਨਹੀਂ, ਪਰ ਵੱਡੇ ਤੋਂ ਵੱਡੇ ਜੁਰਮ ਦੇ ਹਾਣ ਦੀ ਕੈਦ ਤੋਂ ਵੀ ਵੱਧ ਕੈਦਾਂ ਕੱਟ ਚੁੱਕੇ ਹਨ। ਮਹਾਨ ਸੱਭਿਅਤਾ ਅਤੇ ਵੱਡਾ ਲੋਕਤੰਤਰ ਅਖਵਾਉਣ ਵਾਲੇ ਮੁਲਕ ਨੂੰ ਇਹੋ ਸੋਭਦਾ ਹੈ ਕਿ ਤੁਰੰਤ ਕਾਲ ਕੋਠੜੀਆਂ ਦੇ ਦਰਵਾਜ਼ੇ ਖੋਲ੍ਹੇ। ਰਣਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਵਰਗੇ ਨੌਜਵਾਨਾਂ ਨੂੰ ਜੋ ਬੇਕਸੂਰ 10 ਸਾਲਾਂ ਤੋਂ ਤਾੜੇ ਹੋਏ ਹਨ ਛੱਡਿਆ ਜਾਵੇ। ਸੁੱਖੀ
ਕੁੱਕੀ ਵਰਗੇ ਹਜ਼ਾਰਾਂ ਹੋਰ ਵੀ ਹਨ। 6ਵਾਂ, ਪਿਛਲੇ ਸਮਿਆਂ ਵਿੱਚ ਪੰਜਾਬ ਦੇ ਪਾਣੀ ਨੂੰ ਬੰਦੂਕ ਦੀ ਨੋਕ ਉੱਤੇ ਲੁੱਟਿਆ ਗਿਆ ਹੈ। ਸਾਡੇ ਕਠਪੁਤਲੀਆਂ ਵਰਗੇ ਮੁੱਖ ਮੰਤਰੀਆਂ ਨੂੰ ਗਵਾਂਢੀ ਸੂਬਿਆਂ ਨੂੰ ਪਾਣੀ ਦੇਣ ਲਈ ਉਵੇਂ ਮਜਬੂਰ ਕੀਤਾ ਗਿਆ ਜਿਵੇਂ ਕਿ ਕਦੇ ਸਾਡੇ ਦਲੀਪ ਸਿੰਘ ਨੂੰ ਕੋਹਿਨੂਰ ਭੇਟ ਕਰਨ ਲਈ ਕੀਤਾ ਗਿਆ ਸੀ। ਅਸੀਂ ਪਾਣੀ ਨੂੰ ਬਚਾਉਣ ਲਈ ਪਾਣੀ ਨਾਲੋਂ ਵੱਧ ਖੂਨ ਡੋਲ ਚੁੱਕੇ ਹਾਂ। ਤੁਸੀਂ ਸਾਡਾ ਖੂਨ ਤਾਂ ਮੋੜ ਨਹੀਂ ਸਕਦੇ, ਪਾਣੀ ਤਾਂ ਮੋੜੋ, ਜੋ ਹਰ ਨੈਤਿਕਤਾ, ਹਰ ਕਾਨੂੰਨ ਅਨੁਸਾਰ ਕੇਵਲ ਅਤੇ ਕੇਵਲ ਸਾਡਾ ਹੈ। 7ਵਾਂ, ਅਸੀਂ ਚੰਡੀਗੜ੍ਹ ਬਾਰੇ ਬਾਰ-ਬਾਰ ਸੁਣ ਚੁੱਕੇ ਹਾਂ ਕਿ ਚੰਡੀਗੜ੍ਹ ਤਾਂ ਹੈ ਹੀ ਪੰਜਾਬ ਦਾ ਅਤੇ ਆਖਰ ਪੰਜਾਬ ਨੂੰ ਮਿਲ ਕੇ ਹੀ ਰਹੇਗਾ। ਸਾਡਾ ਲਾਹੌਰ ਤਾਂ ਮੁਲਕਾਂ ਦੀ ਵੰਡ ਵਿੱਚ ਕਿਧਰੇ ਹੋਰ ਚਲਾ ਗਿਆ, ਪਰ ਚੰਡੀਗੜ੍ਹ ਨੂੰ ਤਾਂ ਵਾਪਸ ਕਰਨ ਦਾ ਫੈਸਲਾ ਹੀ ਬੇਹਾ ਹੋ ਚੱਲਿਆ ਹੈ। ਸ਼ਾਇਦ ਕੁਦਰਤ ਨੇ ਜਨਵਰੀ 1986 ਦੇ ਫੈਸਲੇ ਨੂੰ ਤੁਹਾਡੇ ਕੋਲੋਂ ਹੀ ਲਾਗੂ ਕਰਵਾਉਣਾ ਹੋਵੇ। ਨਾਲੋਂ ਨਾਲ ਪੰਜਾਬੀ ਬੋਲਦੇ ਇਲਾਕੇ ਵੀ ਸਾਨੂੰ ਮਿਲ ਜਾਣ ਤਾਂ ਸੇਹ ਦਾ ਤਕੱਲਾ ਕਈ ਵਿਹੜਿਆਂ ਵਿੱਚੋਂ ਸਦਾ ਲਈ ਚੁੱਕਿਆ ਜਾਵੇ। 8ਵਾਂ, ਸਾਨੂੰ ਬਹੁਤ ਖੁਸ਼ੀ ਹੈ ਕਿ ਖੁਦ ਮੁਖਤਿਆਰੀ ਬਾਰੇ ਤੁਹਾਡੀ ਸਰਕਾਰ ਸੰਜੀਦਾ ਹੈ। ਤੁਸੀਂ ਜੇ 1973 ਦੇ ਸਰਦਾਰ ਕਪੂਰ ਸਿੰਘ ਵਾਲੇ ਮਤੇ ਅਨੁਸਾਰ ਖੁਦ ਮੁਖਤਿਆਰੀ ਦੇ ਸਕੋ ਤਾਂ ਇਸ ਮੁਲਕ ਉੱਤੇ ਵੱਡਾ ਪਰਉਪਕਾਰ ਕਰੋਗੇ ਅਤੇ ਇਸ ਦੀ ਉਮਰ ਦਰਾਜ਼ ਹੋਵੇਗੀ। 9ਵਾਂ, 1984 ਵਿੱਚ ਦਿੱਲੀ ਹੈਂਸੀਆਰੀ ਨੇ ਰੱਜ ਕੇ ਸਿੱਖਾਂ ਦਾ ਕਤਲੇਆਮ ਕੀਤਾ। ਪਿੱਛੇ ਜਿਹੇ ਸੁਪਰੀਮ ਕੋਰਟ ਨੇ ਹੁਕਮ ਕੀਤਾ ਹੈ ਕਿ ਮਕਤੂਲਾਂ ਦੇ ਵਾਰਸਾਂ ਨੂੰ 3.5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਬੇਕਸੂਰਾਂ ਦੇ ਵਾਰਸਾਂ ਨੂੰ ਘੱਟੋ ਘੱਟ 10 ਲੱਖ ਮੁਆਵਜ਼ਾ ਹੀ ਜਾਇਜ਼ ਹੈ। 10ਵਾਂ, 1947 ਵਿੱਚ ਸਾਡੇ ਸੈਂਕੜੇ ਪਵਿੱਤਰ ਗੁਰ ਅਸਥਾਨ ਪਾਕਿਸਤਾਨ ਰਹਿ ਗਏ ਸਨ। ਐਵੇਂ ਉਧਰਲੇ ਲੋਕਾਂ ਦੇ ਕਈ ਪਵਿੱਤਰ ਅਸਥਾਨ ਇੱਧਰ ਰਹਿ ਗਏ ਹਨ। ਸਿੱਖ ਰੋਜ਼ ਅਰਦਾਸਾਂ ਕਰਦੇ ਹਨ ਕਿ ਉਹਨਾਂ ਨੂੰ ਉਧਰਲੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਹੋਣ। ਕਿ ਸ਼ਰਧਾਲੂਆਂ ਲਈ ਦੋਨਾਂ ਪਾਸਿਆਂ ਤੋਂ ਵੀਜ਼ੇ ਖਤਮ ਕਰਨ ਦਾ ਅਮਲ ਦੋਹਾਂ ਗਵਾਂਢੀ ਮੁਲਕਾਂ ਦੀ ਸ਼ਾਨ ਦੇ ਹਾਣ ਦਾ ਨਾ ਹੋਵੇਗਾ। ਤੁਸੀਂ ਵੀਜ਼ੇ ਮੇਟ ਦਿਓ ਅਤੇ ਪਾਕਿਸਤਾਨ ਨੂੰ ਵੀ ਆਖੋ ਕਿ ਸ਼ਰਧਾ ਦੇ ਉਦਾਲਿਓਂ ਵੀਜ਼ਿਆਂ ਦੀ ਕੰਧ ਨੂੰ ਢਾਹ ਦੇਵੇ। ਤੁਹਾਡੇ ਵਿਦੇਸ਼ ਮੰਤਰਾਲੇ ਨੇ ਡਾਕਟਰ ਖੜਕ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਪਾਕਿਸਤਾਨ ਨਹੀਂ ਮੰਨਦਾ। ਤੁਸੀਂ ਇੱਧਰਲੇ 10 ਕੁ ਸਰਕੱਢ ਪੰਜਾਬੀਆਂ ਦਾ ਗੈਰ ਸਰਕਾਰੀ ਵਫਦ ਉਧਰਲੇ ਪੰਜਾਬੀਆਂ ਨਾਲ ਦਿੱਲੀ ਖਿਆਲ ਸਾਂਝੇ ਕਰਨ ਲਈ ਭੇਜੋ। ਅਸੀਂ ਵੇਖਾਂਗੇ ਕਿ ਇਹ ਵੱਡੇ ਫੰਨੇ ਖਾਨ ਸਾਡੀ ਪਿਆਰ ਦੀ ਗੱਲ ਵਕੜੀ ਵਿੱਚੋਂ ਨਿਕਲ ਕੇ ਕਿਵੇਂ ਭੱਜਦੇ ਹਨ। 11ਵਾਂ, ਫੌਜੀ ਹਮਲੇ ਵੇਲੇ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਹਜ਼ਾਰਾਂ ਕੀਮਤੀ ਦਸਤਾਵੇਜ਼ ਲੁੱਟ ਕੇ ਲੈ ਗਈ ਸੀ। ਇਹਨਾਂ ਵਿੱਚ ਸ੍ਰੀ ਗੁਰੂ ਸਾਹਿਬਾਨ ਦੀ ਆਪਣੀ ਲਿਖਤ ਵਾਲੀਆਂ ਕਈ ਬੀੜਾਂ ਵੀ ਹਨ। ਇਹ ਤੁਰੰਤ ਵਾਪਸ ਕੀਤੀਆਂ ਜਾਣ। 12ਵਾਂ, ਜਸਵੰਤ ਸਿੰਘ ਖਾਲੜਾ ਪੰਜਾਬ ਦਾ ਸਾਊ ਸਪੂਤ ਹੈ। ਉਹ ਲੋਕਾਂ ਦੇ ਹੱਕਾਂ ਲਈ ਲੜਦਾ ਹੈ। ਉਸ ਨੂੰ 6 ਸਤੰਬਰ ਨੂੰ ਉਸਦੇ ਘਰੋਂ ਪੁਲਿਸ ਨੇ ਚੁੱਕਿਆ। ਅਜੇ ਤੱਕ ਕੋਈ ਥਾਂ ਪਤਾ ਨਹੀਂ। ਉਸ ਦੀ ਬੁੱਢੀ ਮਾਂ ਰੋ ਰੋ ਕੇ ਅੰਨੀ ਹੋ ਚੁੱਕੀ ਹੈ ਤੇ ਉਸਦਾ 88 ਸਾਲਾਂ ਬਾਪ ਆਪਣੇ ਪੁੱਤ ਦੀ ਕੰਸੋਹ ਸੁਣਨ ਲਈ ਦਰ-ਦਰ ਭਟਕ ਰਿਹਾ ਹੈ। ਇਸ ਦਾ ਵੀ ਸਾਨੂੰ ਕੁਝ ਪਤਾ ਤਾਂ ਦਿਓ। 13ਵਾਂ, ਸ਼੍ਰੋਮਣੀ ਅਕਾਲੀ ਦਲ ਪੰਥਕ ਨੇ ਆਪਣੀ 30 ਜੁਲਾਈ ਦੀ ਜਲੰਧਰ ਮੀਟਿੰਗ ਵਿੱਚ ਸਾਨੂੰ ਹਦਾਇਤ ਕੀਤੀ ਹੈ ਕਿ ਅਸੀਂ 984 ਲਾਵਾਰਸ ਕਰਕੇ ਸਾੜੀਆਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਮਸਲਾ ਤੁਹਾਡੇ ਧਿਆਨ ਵਿੱਚ ਲਿਆਈਏ। ਐਡਾ ਵੱਡਾ ਜ਼ੁਲਮ ਵੇਖ ਕੇ ਸੁਪਰੀਮ ਕੋਰਟ ਕੰਬ ਗਿਆ ਅਤੇ ਮਾਨਯੋਗ ਜੱਜਾਂ ਆਖਿਆ ਕਿ ਇਹ ਨਸਲਕੁਸ਼ੀ ਨਾਲੋਂ ਵੀ ਵੱਡਾ ਜੁਰਮ ਹੈ। ਇਹ ਸਭ ਉਹਨਾਂ ਲੋਕਾਂ ਨਾਲ ਹੋਇਆ ਜੋ ਪਿਛਲੀਆਂ 5 ਸਦੀਆਂ ਤੋਂ ਹਿੰਦੁਸਤਾਨ ਦੇ ਧਰਮ ਤੇ ਅਣਖ ਦੇ ਰਾਖੇ ਹਨ। ਭਾਈ ਸੰਤੋਖ ਸਿੰਘ ਜੀ ਨੇ ਠੀਕ ਹੀ ਆਖਿਆ ਹੈ, ਪਾਪ ਹੂੰ ਪਰ ਪੱਕ ਜਾਤੇ, ਧਰਮ ਧਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ, ਦੇवी देव दुहेरे संतोख सिंगा, दूर होते रीट मिट जाती, कथा बेदन पुराण की। श्री गुरु गोबिंद सिंह पावन परम शूर, मूरत ना होती, जो पै करुणा निधान की। असी तां ओह सां जिन्हां दे गुरद्वारे कौमी चिन्ह बनने चाहिए सन ते जिन्हां दे पर उपकारां उत्तों सदा हिंदुस्तान ने जिंद वारनी सी। असी यह बोली पछाणदे हां। ਮਲੇਰਕੋਟਲੇ ਦੇ ਨਵਾਬ ਦਾ ਹਾਂ ਦਾ ਨਾਰਾ ਅੱਜ ਤੱਕ ਸਾਡੇ ਕੰਨਾਂ ਵਿੱਚ ਗੂੰਜਦਾ ਹੈ। 1947 ਵੇਲੇ ਹਰ ਪਾਸੇ ਚੜੀ ਮਜ਼ਬੀ ਜਨੂਨ ਦੀ ਹਨੇਰੀ ਵੀ ਸਾਨੂੰ ਇੰਨਾ ਪਾਗਲ ਨਾ ਕਰ ਸਕੀ ਕਿ ਨਾਰੇ ਦੀ ਗੂੰਜ ਸਾਡੇ ਕੰਨੀ ਨਾ ਪਵੇ।
ਅਸੀਂ ਮਲੇਰਕੋਟਲੇ ਦੀ ਜੂ ਅੰਦਰ ਹਰ ਬੱਚੇ, ਬੁੱਢੇ, ਤ੍ਰਿਮਤ, ਨੌਜਵਾਨ ਦੇ ਮੂੰਹੋਂ ਹਾਂ ਦਾ ਨਾਰਾ ਸੁਣਿਆ ਤੇ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ। ਹੁਣ ਹਿੰਦੁਸਤਾਨ ਦੀ ਆਤਮਾ ਦੱਸੇ ਕਿ ਸਿੱਖਾਂ ਦੇ ਹਿੰਦੂਆਂ ਉੱਤੇ ਪਰਉਪਕਾਰ ਏਦੋਂ ਵੀ ਘੱਟ ਸਨ। ਅਸੀਂ ਹਾਂ ਦੇ ਨਾਰੇ ਉੱਤੇ ਸਬਰ ਨਾ ਕੀਤਾ। ਜਿੱਥੇ ਤੁਹਾਡਾ ਪਸੀਨਾ ਵਗਿਆ ਉੱਥੇ ਸਾਡਾ ਖੂਨ, ਕਿ ਅਸੀਂ ਇਸ ਸਲੂਕ ਦੇ ਹੱਕਦਾਰ ਹਾਂ ਜੋ 1983 ਤੋਂ 1996 ਤੱਕ ਤੁਹਾਡੀ ਪੁਲਿਸ ਨੇ ਸਾਡੇ ਨਾਲ ਕੀਤਾ ਹੈ। ਇਹਨਾਂ ਸਮਿਆਂ ਵਿੱਚ ਅਸੀਂ ਹਿਟਲਰ ਵੀ ਵੇਖਿਆ ਅਤੇ ਪੋਲ ਪੋਟ ਵੀ। ਪ੍ਰਧਾਨ ਮੰਤਰੀ ਜੀ, ਤੁਹਾਡਾ ਇਸ ਖੂਨ ਖਰਾਬੇ ਵਿੱਚ ਕੋਈ ਹੱਥ ਨਹੀਂ। ਤੁਸੀਂ ਜ਼ਾਲਮਾਂ ਨੂੰ ਨੰਗਾ ਕਰੋ। ਇੱਕ ਕਮਿਸ਼ਨ 3 ਹਿੱਸਿਆਂ ਵਿੱਚ ਬਿਠਾਓ ਜੋ 1947 ਤੋਂ 1966, 1967 ਤੋਂ 1984 ਅਤੇ 1984 ਤੋਂ 1996 ਤੱਕ ਹੋਏ ਜ਼ੁਲਮਾਂ ਦਾ ਇਤਿਹਾਸ ਫਰੋਲੇ। ਸਾਨੂੰ ਇਹ ਵੀ ਦੱਸੇ ਕਿ ਸਾਡੇ ਕਿਹੜੇ-ਕਿਹੜੇ ਆਗੂਆਂ ਨੂੰ ਕਿਨੇ ਖਰੀਦ ਕੇ ਆਪਣੇ ਗੁਨਾਹਾਂ ਉੱਤੇ ਗੁਮਨਾਮੀ ਦਾ ਪਰਦਾ ਪਾਇਆ। ਸਾਡੇ ਆਗੂ ਵਿਕਾਊ ਹੋਣਗੇ, ਸਾਡੇ ਲੋਕ ਨਹੀਂ। ਉਹਨਾਂ ਤਾਂ 1.25 ਲੱਖ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਹਨ। ਸ਼ਹੀਦੀਆਂ ਲਈ ਤਤਪਰ ਲੋਕਾਂ ਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ। ਉਹਨਾਂ ਦੇ ਦਿਲ ਜਿੱਤੋ। ਤੁਹਾਡੇ ਵਰਗੇ ਵੱਡੇ ਦਿਲ ਵਾਲੇ ਕਿਸਾਨ ਕੋਲੋਂ ਹਿੰਦੁਸਤਾਨ ਦੀ ਪੁਰਾਤਨ ਸੱਭਿਅਤਾ ਇਹੋ ਮੰਗ ਕਰਦੀ ਹੈ। ਹੰਸਾ ਸੇਤੀ ਚਿੱਤ ਉਲਾਸੈ। ਫੀਸਾਗੋਰਸ ਤੋਂ ਲੈ ਕੇ ਮੁਹੰਮਦ ਸਾਹਿਬ ਤੱਕ ਕਿਸੇ ਵੀ ਪੈਗੰਬਰ ਧਰਮੋਪਦੇਸ਼ਕ ਦਾ ਸਿਧਾਂਤ ਉਸਦੇ ਆਪਣੇ ਹੱਥ ਦਾ ਲਿਖਿਆ ਜਾਂ ਆਪਣੀ ਨਿਗਰਾਨੀ ਹੇਠ ਲਿਖਵਾਇਆ ਨਹੀਂ ਮਿਲਦਾ। ਇਸ ਸੂਚੀ ਵਿੱਚ ਮੂਸਾ, ਕਨਫਿਊਸ਼ਸ, ਬੁੱਧ ਅਤੇ ਯਸੂ ਮਸੀਹ ਵੀ ਆ ਜਾਂਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਸੰਸਾਰ ਦੇ ਧਰਮਾਂ ਵਿੱਚ ਇੱਕ ਵਿਲੱਖਣ ਘਟਨਾ ਹੈ। ਇਹ 5ਵੇਂ ਪਾਤਸ਼ਾਹ ਹਜ਼ੂਰ ਤ੍ਰੈਕਾਲਦਰਸ਼ੀ ਦੀ ਦੂਰਦ੍ਰਿਸ਼ਟੀ ਅਤੇ ਵਿਗਿਆਨਕ ਯੁੱਗ ਦੀ ਲੋੜ ਨੂੰ ਸਦੀਆਂ ਪਹਿਲਾਂ ਜਾਣਨ ਦਾ ਕਰਿਸ਼ਮਾ ਹੈ। 60ਵਿਆਂ ਵਿੱਚ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਗੁਰਬਾਣੀ ਉਲਥੇ ਦੀ ਭੂਮਿਕਾ ਲਿਖਦਿਆਂ ਜਗਤ ਪ੍ਰਸਿੱਧ ਇਤਿਹਾਸਕਾਰ ਆਰਨਲਡ ਟੋਇਨਬੀ ਨੇ ਲਿਖਿਆ ਹੈ ਕਿ ਆਉਣ ਵਾਲੇ ਸਮਿਆਂ ਦੇ ਧਾਰਮਿਕ ਵਿਚਾਰ ਵਟਾਂਦਰੇ ਵਿੱਚ ਸਿੱਖਾਂ ਅਤੇ ਇਹਨਾਂ ਦੇ ਧਰਮ ਗ੍ਰੰਥ ਕੋਲ ਕਹਿਣ ਲਈ ਬਹੁਤ ਕੁਝ ਹੋਵੇਗਾ। ਪਰਲ ਐਸ ਬਕ ਦੇ ਗੁਰਬਾਣੀ ਸੰਬੰਧੀ ਵਿਚਾਰ ਵੀ ਉਦੋਂ ਨਵੇਂ ਪ੍ਰਚਲਿਤ ਹੋਏ ਸਨ। ਇਨੀ ਦਿਨੀ ਡਾਕਟਰ ਭਾਈ ਜੋਧ ਸਿੰਘ ਨੇ ਇਹ ਦਾਅਵਾ ਕਿ ਕੇਵਲ ਸਿੱਖ ਹੀ ਹਨ ਜਿਨ੍ਹਾਂ ਕੋਲ ਆਪਣੇ ਪੈਗੰਬਰ ਦੀ ਲਿਖੀ ਧਰਮ ਪੁਸਤਕ ਹੈ, ਅਕਾਦਮਿਕ ਪੱਧਰ ਉੱਤੇ ਦੁਹਰਾਇਆ। ਸ਼ਾਇਦ ਇਹਨਾਂ ਭਾਵਨਾਵਾਂ ਦੇ ਨਿਰੋਧ ਵਜੋਂ ਈਸਾਈ ਮਿਸ਼ਨਰੀਆਂ ਆਦਿ ਨੇ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤ ਨੂੰ ਵਿਗਾੜਨ ਦਾ ਵੱਡਾ ਯਤਨ ਆਰੰਭ ਕੀਤਾ। ਈਸਾਈ ਮਤ ਇਤਿਹਾਸ ਆਧਾਰਿਤ ਹੈ। ਅੰਜੀਲ ਵਿੱਚ ਯਸੂ ਸੰਬੰਧੀ ਕੁਝ ਇਤਿਹਾਸਕ ਮਨੌਤਾਂ ਦਾ ਜ਼ਿਕਰ ਕਰਕੇ ਲਿਖਿਆ ਮਿਲਦਾ ਹੈ ਕਿ ਜੇ ਇਹ ਸੱਚੀਆਂ ਨਹੀਂ ਤਾਂ ਸਾਡਾ ਈਮਾਨ ਵੀ ਝੂਠਾ ਹੈ। ਇਹਨਾਂ ਵਿੱਚ ਹਨ ਸ਼੍ਰੀ ਯਸੂ ਦਾ ਕੁਆਰੀ ਕੁੱਖੋਂ ਜਨਮ, ਮਰ ਕੇ ਜਿਉ ਉੱਠਣਾ ਅਤੇ ਸਣ ਦੇ ਸਵਰਗ ਨੂੰ ਚੜ੍ਹਾਈ। ਅਜਿਹੀਆਂ ਘਟਨਾਵਾਂ ਦੀ ਇਤਿਹਾਸਕ ਪ੍ਰਮਾਣਿਕਤਾ ਉੱਤੇ ਈਸਾਈ ਧਰਮ ਦੀ ਸੱਚਾਈ ਪੂਰਨ ਤੌਰ ਉੱਤੇ ਨਿਰਭਰ ਹੈ। ਅਜਿਹੀ ਪਿੱਠ ਭੂਮੀ ਦੀ ਉਪਜ ਵਿਦਵਾਨਾਂ ਨੇ ਪਹਿਲੋਂ ਪਹਿਲ ਸਿੱਖ ਇਤਿਹਾਸ ਉੱਤੇ ਹਮਲੇ ਸ਼ੁਰੂ ਕੀਤੇ। ਜਨਮ ਸਾਖੀਆਂ ਨੂੰ ਲੈ ਕੇ ਵੱਡਾ ਵਾਵ ਰੌਲਾ ਉਭਾਰਿਆ ਗਿਆ। ਸਿੱਟਾ ਕੱਢਿਆ ਗਿਆ ਕਿ ਇਹ ਇਤਿਹਾਸਕ ਨਹੀਂ ਹਨ। ਹਾਲਾਂਕਿ ਇਹਨਾਂ ਨੂੰ ਲਿਖਣ ਵਾਲਿਆਂ ਦੀ ਕਦੇ ਇਹ ਧਾਰਨਾ ਨਹੀਂ ਸੀ ਰਹੀ ਕਿ ਉਹ ਇਤਿਹਾਸ ਲਿਖ ਰਹੇ ਹਨ। ਆਪ ਮੈਂ ਪੈਰੀ ਪੈਨੀ ਆ, ਆਪੇ ਬੁੱਢ ਸੁਹਾਗਣ ਦੀ ਇਹ ਨੀਤੀ ਕੋਈ 2 ਦਹਾਕੇ ਚੱਲਦੀ ਰਹੀ। ਆਖਰ ਇਹਨਾਂ ਵਿਦਵਾਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਨਾਲ ਸਿੱਖ ਧਰਮ ਦੀ ਸਾਰਥਿਕਤਾ ਨੂੰ ਖੋਰਾ ਨਹੀਂ ਲੱਗ ਸਕਦਾ, ਕਿਉਂ ਜੋ ਇਹ ਧਰਮ ਸ਼ਬਦ ਆਧਾਰਿਤ ਹੈ, ਤਾਰੀਖ ਮੁਤਾਜ ਨਹੀਂ। ਪਾਣੀ ਵਿੱਚੋਂ ਇਹ ਮਧਾਣੀ ਕੱਢ ਲਈ ਗਈ। ਨਵਾਂ ਹਮਲਾ ਖੱਬੀ ਬਾਹੀ ਤੋਂ ਸ਼ੁਰੂ ਕੀਤਾ ਗਿਆ। ਇਸ ਦਾ ਸਬਬ ਭਾਈ ਜੋਧ ਸਿੰਘ ਦਾ ਉਪਰੋਕਤ ਕਥਨ ਬਣਿਆ, ਜਿਸ ਦੇ ਜਵਾਬ ਵਜੋਂ ਬਟਾਲਾ ਮਿਸ਼ਨ ਦੇ ਲੋਲਨ ਅਤੇ ਆਰਚਰ ਨੇ ਕਰਤਾਰਪੁਰੀ ਬੀੜ ਬਾਰੇ ਨਿਰਮੂਲ ਸ਼ੰਕੇ ਖੜੇ ਕਰਦਿਆਂ ਇਸ ਦੇ ਪਾਠ ਨੂੰ ਘੋਖਣ ਦੇ ਸੁਝਾਅ ਦਿੱਤੇ ਹੋਏ ਸਨ। ਲੋਲਨ ਦੀ ਅੰਤਮ ਬਿਮਾਰੀ ਦੇ ਦੌਰਾਨ ਅਤੇ ਉਸ ਦੀ ਮੌਤ ਤੋਂ ਬਾਅਦ ਉਹਨਾਂ ਦਾ ਨਾਂ ਵਰਤ ਕੇ ਇਹਨਾਂ ਸੁਝਾਵਾਂ ਨੂੰ ਬੇਹੱਦ ਵੱਡੇ ਕਰਕੇ ਪ੍ਰਚਾਰਿਆ ਗਿਆ। ਇਉਂ ਸ਼੍ਰੀ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨੂੰ ਵੰਗਾਰਨ ਦਾ ਅੰਗਰੇਜ਼ੀ ਦੌਰ ਚੱਲਿਆ। ਬਿਨਾਂ ਵੇਖੇ ਇਸ ਨੂੰ ਨਕਲ ਅਤੇ ਭਾਈ ਬੰਨੋ ਵਾਲੀ ਬੀੜ ਨੂੰ ਅਸਲ ਬੀੜ ਪ੍ਰਚਾਰਨ ਦੀ ਭਰਪੂਰ ਕੁਚੇਸ਼ਟਾ ਕੀਤੀ ਗਈ। ਚੇਤੇ ਰਹੇ ਕਿ ਭਾਈ ਬੰਨੋ ਵਾਲੀ ਬੀੜ ਉਹੀ ਹੈ ਜਿਸ ਨੂੰ ਆਦਿ ਕਾਲ ਤੋਂ ਹੀ ਨਕਲ ਅਤੇ ਖਾਰੀ ਬੀੜ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ। ਪਰ ਬੀੜ ਦੇ ਲਿਖਾਰੀ ਭਾਈ ਗੁਰਦਾਸ ਦਾਸ ਸਿੰਘ ਨਾਦ ਹੈ, ਕੂੜ ਨਾ ਪਹੁੰਚੈ ਸੱਚ ਨੂੰ ਸੋ ਘਾੜਤ ਘੜੀਐ।
1987 ਵਿੱਚ ਸਰਦਾਰ ਦਲਜੀਤ ਸਿੰਘ ਨੇ ਆਪਣੀ ਵਿਵੇਕ ਬੁੱਧੀ, ਪਾਰਖੂ ਨਜ਼ਰ ਅਤੇ ਪ੍ਰਬੀਣ ਕਾਨੂੰਨੀ ਮੁਹਾਰਤ ਨੂੰ ਵਰਤਦਿਆਂ ਸੁਪਰੀਮ ਕੋਰਟ ਦੇ ਜੱਜ ਵਾਂਗ ਸ਼੍ਰੀ ਕਰਤਾਰਪੁਰੀ ਬੀੜ ਨੂੰ ਇੱਕ ਦਸਤਾਵੇਜ਼ ਮੰਨ ਕੇ ਜੋ ਫੈਸਲਾ ਕੀਤਾ, ਉਸ ਨੂੰ ਝੁਠਲਾਉਣਾ ਨਾ ਕਿਸੇ ਦੇਸੀ ਅੰਗਰੇਜ਼ ਦੇ ਵੱਸ ਸੀ, ਨਾ ਕਿਸੇ ਵਿਲਾਇਤੀ ਪਾਇਲਟ ਈਸਾ ਨੂੰ ਸੂਲੀ ਟੰਗਣ ਵਾਲੇ ਰੋਮਨ ਗਵਰਨਰ ਦੇ। ਉਹਨਾਂ 2 ਦਰਜਨ ਦੇ ਕਰੀਬ ਐਸੇ ਨੁਕਤੇ ਦਰਸਾਏ ਜਿਹੜੇ ਕਿ ਪਹਿਲੀ ਅਸਲ ਬੀੜ ਵਿੱਚ ਹੀ ਹੋ ਸਕਦੇ ਸਨ। ਖੂਬੀ ਇਹ ਕਿ ਇਹਨਾਂ ਵਿੱਚੋਂ ਇੱਕ ਵੀ ਕਿਸੇ ਨਕਲ ਵਿੱਚ ਨਹੀਂ ਸੀ ਹੋ ਸਕਦਾ ਅਤੇ ਨਾ ਹੀ 400 ਸਾਲਾਂ ਵਿੱਚ ਹੋਈਆਂ ਹਜ਼ਾਰਾਂ ਨਕਲਾਂ ਵਿੱਚ ਹੈ ਸੀ। ਉਹ ਕਹਿੰਦੇ ਹਨ ਕਿ ਇਸ ਬੀੜ ਦੇ ਕੁੱਲ 1948 ਸਫ਼ੇ ਹਨ। ਇਹਨਾਂ ਵਿੱਚੋਂ 1362 ਲਿਖੇ ਹੋਏ ਹਨ ਅਤੇ 453 ਬਿਲਕੁਲ ਕੋਰੇ ਪਏ ਹਨ। ਜੇ ਅੱਧ ਲਿਖਿਆਂ ਵਿੱਚ ਖਾਲੀ ਥਾਵਾਂ ਮਿਣ ਲਈਏ ਤਾਂ 133 ਪੱਤਰੇ ਹੋਰ ਕੋਰੇ ਨਿਕਲਦੇ ਹਨ। ਇਸ ਤੋਂ ਸਪਸ਼ਟ ਹੈ ਕਿ ਇਹ ਬੀੜ ਪਹਿਲੋਂ ਪਹਿਲ ਲਿਖੀ ਜਾ ਰਹੀ ਹੈ, ਕਿਉਂ ਲਿਖਾਰੀ ਕਿਤੇ ਲੋੜੋਂ ਵੱਧ ਕਾਗਜ਼ ਵਰਤਦਾ ਹੈ। ਬਾਅਦ ਵਿੱਚ ਕਿਸੇ ਲਿਖਾਰੀ ਨੇ ਇੰਨੇ ਪੱਤਰੇ ਖਾਲੀ ਨਹੀਂ ਛੱਡੇ, ਕਿਉਂਕਿ ਸਭ ਨੂੰ ਪਤਾ ਸੀ ਕਿ ਲਿਖਤ ਕਿੰਨਿਆਂ ਪੱਤਰਿਆਂ ਉੱਤੇ ਮੁਕੰਮਲ ਹੋ ਜਾਵੇਗੀ। ਇੱਕ ਹੋਰ ਸਬੂਤ ਹੈ 778 ਸਫ਼ੇ ਦੇ ਹਾਸ਼ੀਏ ਵਿੱਚ ਲਿਖਿਆ ਇਹ ਨੋਟ ਕਿ ਮਹੱਲੇ ਪਹਿਲੇ ਦਾ 799 ਸਫ਼ੇ ਵਾਲਾ ਸ਼ਬਦ ਇੱਥੇ 22ਵਾਂ ਸ਼ਬਦ ਪੜ੍ਹਿਆ ਜਾਵੇ ਅਤੇ ਇੱਥੇ ਦਰਜ 22ਵਾਂ ਸ਼ਬਦ ਸਫ਼ਾ 788 ਉੱਤੇ 22ਵੇਂ ਅਤੇ 24ਵੇਂ ਸ਼ਬਦਾਂ ਦੇ ਵਿਚਾਲੇ ਪੜ੍ਹਿਆ ਜਾਵੇ। ਫਿਰ ਸਫ਼ਾ 799 ਉੱਤੇ ਲਿਖੀ ਸੂਚਨਾ ਕਿ ਇੱਥੇ ਲਿਖਿਆ ਸ਼ਬਦ 778 ਉੱਤੇ 22ਵਾਂ ਸ਼ਬਦ ਪੜ੍ਹਿਆ ਜਾਵੇ। ਇਸੇ ਹਾਲਤ ਮੁਤਾਬਕ ਤਤਕਰੇ ਵਿੱਚ ਸੋਧਾਂ ਹਨ। ਤਤਕਰਾ ਬਾਹਰੋਂ ਚੁੱਕ ਕੇ ਲਿਖਣ ਦਾ ਇਲਜ਼ਾਮ ਲਾਉਣ ਵਾਲੇ ਕੀ ਇਸ ਤੱਥ ਤੋਂ ਜਾਣੂ ਹਨ। ਇਸ ਤੋਂ ਬਾਅਦ ਕਦੇ ਵੀ ਕਿਸੇ ਬੀੜ ਵਿੱਚ ਇਹ ਨੋਟ ਲਿਖਣ ਦੀ ਲੋੜ ਨਹੀਂ ਪਈ, ਕਿਉਂਕਿ ਪਿੱਛੋਂ ਆਉਣ ਵਾਲੇ ਲਿਖਾਰੀ ਨੇ ਸੋਧ ਕੇ ਹੀ ਨਕਲ ਕੀਤੀ। ਕੋਈ ਸੁੱਧ ਬੁੱਧ ਰੱਖਣ ਵਾਲਾ ਉਪਰੋਕਤ ਤੱਥਾਂ ਨੂੰ ਝੁਠਲਾ ਨਹੀਂ ਸਕਦਾ। ਸੁਦਾ ਨੰਗੇ ਹੋਣ ਦੀ ਸ਼ਰਮ ਤਾਂ ਅੰਗਰੇਜ਼ਾਂ ਨੂੰ ਵੀ ਹੁੰਦੀ ਹੈ। ਵਿਦੇਸ਼ੀ ਖੋਜੀਆਂ ਨੇ ਮੋੜੇ ਪਾਏ ਅਤੇ ਗਧੇ ਦੇ ਗਲ ਲੱਗ ਕੇ ਮੁੜ ਆਏ। ਆਖਣ ਲੱਗੇ ਕਿ ਭਾਈ ਜੋਧ ਸਿੰਘ ਦਾ 1968 ਵਿੱਚ ਦਿੱਤਾ ਤਰਕ ਠੀਕ ਸੀ, ਇਸ ਲਈ ਹੁਣ 1987 ਵਿੱਚ ਅਸੀਂ ਉਸ ਨੂੰ ਮੰਨ ਕੇ ਕਰਤਾਰਪੁਰੀ ਬੀੜ ਦੀ ਅਸਲੀਅਤ ਨੂੰ ਤਸਲੀਮ ਕਰਦੇ ਹਾਂ। ਉਹਨਾਂ ਦੇ ਦੇਸੀ ਅਕਾਦਮਿਕ ਬੂਟ ਚੱਟਾਂ ਨੂੰ ਇਹ ਸਮਝ ਅਜੇ ਵੀ ਨਹੀਂ ਆਈ। ਸਰਦਾਰ ਦਲਜੀਤ ਸਿੰਘ ਦੀ ਪਰ ਉਪਕਾਰੀ ਪੁਸਤਕ ਦਾ ਹਵਾਲਾ ਦਿੰਦਾ ਹੋਇਆ ਪਿਆਰ ਸਿੰਘ ਲਿਖਦਾ ਹੈ, ਲੇਖਕ ਦਾ ਦਾਅਵਾ ਹੈ ਕਿ ਕਰਤਾਰਪੁਰੀ ਬੀੜ ਦੇ ਅਨੇਕ ਅਜਿਹੇ ਲੱਛਣ ਹਨ ਜਿਨ੍ਹਾਂ ਵਿੱਚੋਂ ਇੱਕ ਵੀ ਉਤਾਰੇ ਵਾਲੀ ਬੀੜ ਵਿੱਚ ਨਹੀਂ ਹੋ ਸਕਦੇ ਹਨ। ਇਹ ਬੜਾ ਤਕੜਾ ਦਾਅਵਾ ਹੈ। ਇਸ ਸੰਬੰਧੀ ਕੋਈ ਨਿਰਣਾ ਲੈਣਾ ਸਾਡੇ ਲਈ ਇੱਥੇ ਸੰਭਵ ਨਹੀਂ ਹੈ। ਇਉਂ ਆਪਣੇ ਖੋਜੀ ਹੋਣ ਦੇ ਦਾਅਵੇ ਨੂੰ ਚੁਰਾਹੇ ਵਿੱਚ ਭਾਂਦਾ ਹੋਇਆ ਪਿਆਰ ਸਿੰਘ ਵਿਰੋਧੀ ਵਿਚਾਰਧਾਰਾ ਦਾ ਇਮਾਨਦਾਰੀ ਨਾਲ ਮੁਲਾਂਕਣ ਕਰਨ ਦੇ ਖੋਜੀ ਦੇ ਪਹਿਲੇ ਅਤੇ ਮੁੱਢਲੇ ਕਰਤੱਵ ਨੂੰ ਤਿਲਾਂਜਲੀ ਦਿੰਦਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਉੱਤੇ ਆਪਣਾ ਘਾਤ ਲਾ ਕੇ ਹਮਲਾ ਜਾਰੀ ਰੱਖਦਾ ਹੈ। ਅਜਿਹੇ ਲੇਖਕ ਨੂੰ ਸੁਹਿਰਦ, ਸੱਚਾ ਖੋਜੀ ਅਤੇ ਸ਼ਰਧਾਵਾਨ ਦੱਸਣ ਪ੍ਰਚਾਰਨ ਵਾਲੇ ਜ਼ਰਾ ਆਪਣੀ ਪੀੜ੍ਹੀ ਹੇਠ ਸੋਟਾ ਤਾਂ ਫੇਰਨ। ਹੁਣ ਦੁਸ਼ਮਣ ਕੋਲ ਲੁਕਵਾਂ ਵਾਰ ਕਰਨ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਉਹਨਾਂ ਖਰੜੇ ਦੇ ਸੰਕਲਪ ਨੂੰ ਆਪਣਾ ਬ੍ਰਹਮ ਅਸਤਰ ਬਣਾਇਆ। ਗ੍ਰੰਥ ਸਾਹਿਬ ਦੇ 400 ਸਾਲਾਂ ਇਤਿਹਾਸ ਵਿੱਚ ਪਹਿਲੀ ਵਾਰ ਗ੍ਰੰਥ ਸੰਬੰਧੀ ਖਰੜੇ ਦੇ ਸੰਕਲਪ ਨੂੰ ਉਭਾਰਿਆ ਅਤੇ ਪ੍ਰਚਾਰਿਆ ਗਿਆ। ਇਸ ਸੰਬੰਧ ਵਿੱਚ ਇਹ ਸੰਕਲਪ ਮੁੱਢੋਂ ਅਸੰਗਤ ਹੈ, ਕਿਉਂਕਿ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਸਿਲਸਿਲੇਵਾਰ ਗੁਰੂ ਵਿਅਕਤੀਆਂ ਰਾਹੀਂ ਹੁੰਦੀ ਹੋਈ 5ਵੇਂ ਮਹੱਲੇ ਤੱਕ ਪਹੁੰਚ ਚੁੱਕੀ ਸੀ ਅਤੇ 5ਵੇਂ ਪਾਤਸ਼ਾਹ ਨੇ ਆਪਣੀ ਬਾਣੀ ਖੁਦ ਲਿਖਵਾਉਣੀ ਸੀ। ਖਰੜਾ ਕਾਸ ਦਾ ਤਿਆਰ ਕਰਨਾ ਸੀ। ਇਸ ਸੰਕਲਪ ਨੂੰ ਉਭਾਰਨ ਦੇ 2 ਮੁੱਖ ਕਾਰਨ ਸਨ। ਪਹਿਲਾਂ ਤਾਂ ਇਹ ਸਾਬਤ ਕਰਨਾ ਕਿ ਗੁਰਬਾਣੀ ਮਹਾਂਵਾਕਾਂ ਅਨੁਸਾਰ ਤੁਰਕੀ ਬਾਣੀ ਨਹੀਂ, ਬਲਕਿ ਦੁਨਿਆਵੀ ਪੱਧਰ ਉੱਤੇ ਖਰੜਿਆਂ ਦੀ ਸੋਧ ਸੁਧਾਈ ਕਰਕੇ ਜੋੜੀ ਕਵਿਤਾ ਹੈ। ਆਪਣੀ ਪੁਸਤਕ ਵਿੱਚ ਪਿਆਰ ਸਿੰਘ ਬਾਰ-ਬਾਰ ਇਹ ਪ੍ਰਭਾਵ ਦਿੰਦਾ ਹੈ। ਮੂਲ ਮੰਤਰ ਵਿੱਚ ਗੁਰਪ੍ਰਸਾਦ ਦੀ ਥਾਂ ਸਤਿਗੁਰ ਪ੍ਰਸਾਦ ਵਰਤੇ ਜਾਣ ਦੀ ਪ੍ਰਥਾ ਉਦੋਂ ਚੱਲੀ ਹੋਵੇਗੀ ਜਦੋਂ ਸਿੱਖਾਂ ਦੀ ਨਿਸ਼ਠਾ ਨੂੰ ਵੰਗਾਰਨ ਵਾਲੇ ਝੂਠੇ ਦਾਅਵੇਦਾਰ ਪੈਦਾ ਹੋ ਗਏ ਹੋਣਗੇ। ਉਦੋਂ ਸ਼ਰਧਾਵਾਨਾਂ ਦਾ ਆਪਣੇ ਗੁਰੂ ਨੂੰ ਵਿਸ਼ੇਸ਼ਤਾ ਦੇਣ ਲਈ ਗੁਰੂ ਦੀ ਥਾਂ ਸਤਿਗੁਰੂ ਕਹਿਣਾ ਬੜਾ ਸੁਭਾਵਿਕ ਸੀ। ਕਿਆਸ ਹੈ ਕਿ ਇਹ ਰੁਚੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਦਾ ਹੋਕਾ ਦੇਣ ਮਗਰੋਂ ਉਗਮੀ। ਕਿ ਪਿਆਰ ਸਿੰਘ ਦੇ ਸਮਰਥਕ ਜਾਣਦੇ ਹਨ ਕਿ ਉਸ ਦੀ ਸਾਰੀ ਖੋਜ ਇਸੇ ਤਰ੍ਹਾਂ ਕਿਆਸ ਅਰਾਈਆਂ ਉੱਤੇ ਆਧਾਰਿਤ ਗੱਪਸ਼ਪ ਹੈ। ਦੂਜਾ, ਸੱਚੀ ਬਾਣੀ ਨੂੰ ਮਸ਼ਕੂਕ ਕਰਨ ਦਾ ਇਹੋ ਤਰੀਕਾ ਬਚਿਆ ਸੀ ਕਿ ਖਰੜੇ ਦੇ ਸੰਕਲਪ ਨਾਲ ਇਸ ਦੀ ਪ੍ਰਮਾਣਿਕਤਾ ਨੂੰ ਖੋਰਿਆ ਜਾਵੇ।
ਬਿਨਾਂ ਕਿਸੇ ਘੋਖ ਪਰਖ ਦੇ ਕਿਸੇ ਪੋਥੀ ਨੂੰ 1604 ਤੋਂ ਪਹਿਲਾਂ ਹੋਂਦ ਵਿੱਚ ਆਇਆ ਖਰੜਾ ਪ੍ਰਵਾਨ ਕੀਤਾ ਜਾਂ ਘੱਟੋ ਘੱਟ ਪ੍ਰਚਾਰਿਆ ਜਾ ਸਕਦਾ ਹੈ। ਇਸ ਲਈ ਖਰੜਿਆਂ ਦੀ ਗਿਣਤੀ ਦਰਜਨਾਂ ਵਿੱਚ ਹੋ ਸਕਦੀ ਹੈ। ਖਰੜਿਆਂ ਦੇ ਗਦੀ ਗੇੜ ਵਿੱਚ ਪਾ ਕੇ ਵੇਖਣ ਦੀ ਸਿਫਾਰਿਸ਼ ਕਰਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸ਼ਬਦ ਗੁਰੂ ਦੇ ਪ੍ਰਮਾਣਿਕ ਸਰੂਪ ਨਾਲ ਖਲਵਾੜ ਕਰ ਰਹੇ ਹਨ। ਉਸ ਸ਼ਬਦ ਗੁਰੂ ਨਾਲ ਜਿਸ ਦੇ ਲੜ ਲੱਗ ਕੇ ਸਿੱਖਾਂ ਦੀਆਂ ਦਰਜਨਾਂ ਪੁਸ਼ਤਾਂ ਤਰੀਆਂ ਹਨ ਅਤੇ ਆਉਣ ਵਾਲੀਆਂ ਹਜ਼ਾਰਾਂ ਪੀੜ੍ਹੀਆਂ ਉਸ ਉੱਤੇ ਮੁਕਤੀ ਦੀਆਂ ਆਸਾਂ ਲਾਈ ਬੈਠੀਆਂ ਹਨ। ਚਾਰ ਕੋਡੀਆਂ ਬਦਲੇ ਕਿਸੇ ਕੱਚ ਘੜ ਸੰਕਲਪ ਦੇ ਆਸਰੇ ਕਰੋੜਾਂ ਲੋਕਾਂ ਦੇ ਨਿਗਰ ਅਬਚਲ ਨੀਂਵ ਉੱਤੇ ਉਸਰੇ ਸੱਚੇ ਸੁੱਚੇ ਧਾਰਮਿਕ ਵਿਚਾਰਾਂ ਦੀ ਪੁਖਤਾਈ ਨੂੰ ਠੇਸ ਮਾਰਨ ਵਾਲੇ ਕੀ ਜਾਣਨ ਕਿ ਉਹ ਕਿੱਥੇ ਕਿੱਥੇ ਲਾਂਬੂ ਲਾ ਰਹੇ ਹਨ। ਇਸ਼ਕ ਨਗੀਨਾ ਸੋਈ ਸਮਝਣ ਜੋ ਹੋਵਣ ਆਪ ਨਗੀਨੇ, ਇਸ਼ਕ ਮੁਸ਼ਕ ਦੀ ਸਾਰ ਕੇ ਜਾਣਨ ਇਹ ਕਾਇਰ ਲੋਕ ਕਮੀਨੇ। ਖਰੜਾ ਸੰਕਲਪ ਇੱਥੇ ਮੂਲੋਂ ਅਸੰਗਤ ਹੈ। ਤੁਰਕੀ ਬਾਣੀ ਦੇ ਵੀ ਕਦੇ ਖਰੜੇ ਬਣੇ ਹਨ। ਪਿਛਲੇ 400 ਸਾਲਾਂ ਵਿੱਚ ਇਸ ਸੰਕਲਪ ਦਾ ਕੋਈ ਆਧਾਰ ਨਹੀਂ ਮਿਲਦਾ। ਖੋਜ ਕਿਆਸ ਅਰਾਈਆਂ ਉੱਤੇ ਆਧਾਰਿਤ ਨਹੀਂ ਹੁੰਦੀ। ਇਸ ਸਬੰਧ ਵਿੱਚ ਖਰੜੇ ਦੀ ਜਾਂ ਕਿਸੇ ਪੁਰਾਤਨ ਵਿਲੱਖਣ ਬੀੜ ਦੀ ਹੋਂਦ ਮੰਨਣਾ ਵੀ ਕੁਫਰ ਹੈ। ਅਗਲੀ ਗੱਲ ਇਹ ਕਿ ਇੱਕ ਤਾਂ ਕਰੇਲਾ, ਦੂਜਾ ਅੱਧ ਪੱਕਿਆ ਖਰੜਾ ਵਿਲੱਖਣ ਬੀੜ ਪਸ਼ੌਰਾ ਸਿੰਘ ਤੇ ਪਿਆਰ ਸਿੰਘ ਨੇ ਉਸ ਨੂੰ ਪ੍ਰਵਾਨ ਕੀਤਾ, ਜਿਸ ਦਾ ਕੋਈ ਇਤਿਹਾਸ ਨਹੀਂ, ਜਿਸ ਦੇ ਲਿਖਾਰੀ ਦਾ ਕੋਈ ਥਾਂ ਪਤਾ ਨਹੀਂ, ਜਿਸ ਵਿੱਚ ਕੋਈ ਲਿਖਣ ਮਿਤੀ ਨਹੀਂ ਲਿਖੀ ਅਤੇ ਜਿਸ ਨੂੰ ਕਿਸੇ ਵਪਾਰੀ ਨੇ ਰਾਜਸਥਾਨ ਵਿੱਚ ਮੀਣਿਆਂ ਦੇ ਢੇਰੇ ਤੋਂ ਖਰੀਦਿਆ। ਇਸ ਪੋਥੀ ਦੀ ਮੀਣਾ ਮਲਕੀਅਤ ਨੂੰ ਪੂਰਨ ਤੌਰ ਉੱਤੇ ਗੁਪਤ ਰੱਖਿਆ ਗਿਆ, ਜੋ ਮੁੱਢਲੇ ਖੋਜ ਨੇਮਾਂ ਦੀ ਘੋਰ ਉਲੰਘਣਾ ਅਤੇ ਮੰਦ ਭਾਵਨਾ ਦਾ ਪ੍ਰਤੀਕ ਕਰਮ ਹੈ। ਯੂਨੀਵਰਸਿਟੀ ਨੇ ਇਸ ਨੂੰ ਪਿਆਰ ਸਿੰਘ ਦੀ ਸਿਫਾਰਿਸ਼ ਉੱਤੇ ਖਰੀਦਿਆ। ਹੋਰ ਹੈਰਾਨੀ ਇਸ ਗੱਲ ਦੀ ਹੈ ਕਿ ਵੇਚਣ ਵਾਲੇ ਨੇ ਜੋ ਨੋਟ ਵੇਚਣ ਦੇ ਇਸ਼ਤਿਹਾਰ ਦੇ ਤੌਰ ਉੱਤੇ ਪੋਥੀ ਨਾਲ ਚਿਪਕਾਇਆ ਸੀ, ਪਿਆਰ ਸਿੰਘ ਤੇ ਪਸ਼ੌਰਾ ਸਿੰਘ ਨੇ ਮੂਲ ਰੂਪ ਵਿੱਚ ਉਹ ਮੁੱਦੇ ਖੋਜ ਦੁਆਰਾ ਉਭਾਰੇ। ਇਸ ਪੋਥੀ ਵਿੱਚ 6ਵੀਂ ਪਾਤਸ਼ਾਹੀ ਦੇ ਦਸਖਤ ਦਰਸਾਏ ਗਏ ਹਨ ਅਤੇ 5 ਪਾਤਸ਼ਾਹੀਆਂ ਤੱਕ ਦੇ ਅੰਤਮ ਕੌਤਕ ਇੱਕੋ ਸਿਆਹੀ ਇੱਕੋ ਹੱਥ ਦੇ ਲਿਖੇ ਹੋਏ ਹਨ। ਲਿਖਾਰੀ ਦਾ ਸਪਸ਼ਟ ਸੰਕੇਤ ਹੈ ਕਿ ਉਹ ਇਹ ਪੋਥੀ 6ਵੇਂ ਪਾਤਸ਼ਾਹ ਦੇ ਵੇਲੇ ਤਿਆਰ ਕਰ ਰਿਹਾ ਹੈ, ਪਰ ਦੋਨੋਂ ਖੋਜੀ ਉਸ ਨੂੰ ਪੁਰਾਤਨ ਵਿਲੱਖਣ ਮੰਨਣ ਲਈ ਬਾਜ਼ਦ ਹਨ। ਮੁੱਦਈ ਸੁਸਤ ਗਵਾਹ ਚੁਸਤ। ਦੂਜਾ ਵਿਲੱਖਣ ਤੱਥ ਇਸ ਪੋਥੀ ਦਾ ਇਹ ਹੈ ਕਿ ਯੂਨੀਵਰਸਿਟੀ ਦੀ ਸੂਚੀ ਵਿੱਚ ਚੜ੍ਹਨ ਤੋਂ ਪਹਿਲਾਂ ਇਸ ਦੀ ਕੰਸੋਜ 7 ਸਮੁੰਦਰੋਂ ਪਾਰ ਪਸ਼ੌਰਾ ਸਿੰਘ ਨੂੰ ਮਿਲ ਗਈ ਅਤੇ ਉਸਨੇ ਤੁਰੰਤ ਥੀਸਸ ਲਿਖਣ ਦਾ ਇੰਤਜ਼ਾਮ ਕਰ ਲਿਆ। ਉਧਰ ਉਸਨੇ ਸੰਖੇਪ ਲਿਖ ਕੇ ਰਜਿਸਟਰਡ ਕਰਵਾਇਆ, ਇੱਧਰ ਉਸੇ ਸਾਲ ਪਿਆਰ ਸਿੰਘ ਨੇ ਖੋਜ ਆਰੰਭ ਕਰ ਦਿੱਤੀ। ਵੇਖੋ ਕਿੰਨੇ ਸ਼ੋਹਲੇ ਹਨ ਸਾਡੇ ਅਕਾਦਮਿਕ ਅਦਾਰੇ। ਜੋ ਇਸ ਖੋਜ ਹੋੜ ਨੂੰ ਦਿਵ ਦ੍ਰਿਸ਼ਟੀ ਦਾ ਕ੍ਰਿਸ਼ਮਾ ਸਮਝਣਾ ਚਾਹੇ ਸਮਝ ਲਵੇ, ਲੇਕਿਨ ਤੱਥ ਉਸ ਦਾ ਸਮਰਥਨ ਕਰਦੇ ਹਨ ਜੋ ਇਸ ਨੂੰ ਸਾਜ਼ਿਸ਼ ਦੀ ਇੱਕ ਕੜੀ ਦੇ ਰੂਪ ਵਿੱਚ ਵੇਖਦਾ ਹੈ। ਅਸੀਂ ਦੋਨਾਂ ਪੱਖਾਂ ਦੇ ਅਕਾਦਮਿਕ ਹੱਕ ਬਰਕਰਾਰ ਰੱਖਦੇ ਹੋਏ ਤੱਤ ਪੜ੍ਹਤ ਖੋਜ ਦੇ ਸੰਦਰਭ ਵਿੱਚ ਇੱਕ ਹੋਰ ਨੁਕਤਾ ਉਭਾਰਨਾ ਹੈ। ਯਿਸੂ ਮਸੀਹ ਦੇ ਜੀਵਨ ਅਤੇ ਸਿੱਖਿਆ ਸੰਬੰਧੀ ਅੰਧ ਮਹਾਸਾਗਰ ਦਸਤਾਵੇਜ਼ ਡੈਡ ਸੀ ਸਕਰੋਲਸ 1949 ਵਿੱਚ ਲੱਭੇ ਸਨ ਅਤੇ ਉਹਨਾਂ ਦਾ ਮੁਲਾਂਕਣ ਅਜੇ ਤੱਕ ਇੱਕ ਅੰਤਰਰਾਸ਼ਟਰੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਸਾਰਾ ਪੱਛਮੀ ਸੰਸਾਰ ਸਾਹ ਰੋਕ ਕੇ 1991 ਤੱਕ ਸਿਰਫ ਦਸਤਾਵੇਜ਼ਾਂ ਦੇ ਦਰਸ਼ਨਾਂ ਨੂੰ ਤਰਸਦਾ ਰਿਹਾ, ਪਰ ਵੇਖੋ ਸਾਡੀ ਪੱਛਮੀ ਤਰਜ਼ ਦੇ ਖੋਜੀਆਂ ਨੂੰ ਇਹਨਾਂ ਦੀ ਦਿਵ ਦ੍ਰਿਸ਼ਟੀ ਨੇ ਬਿਨਾਂ ਇਤਿਹਾਸ ਬਿਨਾਂ ਤਾਰੀਖ ਦੇ ਖਰੜੇ ਦੇ ਮੁਲਾਂਕਣ ਦੀ ਕੋਈ ਲੋੜ ਨਹੀਂ ਸਮਝੀ। ਪੁਰਾਤਨ ਵਿਲੱਖਣ ਅਤੇ ਖਰੜਾ ਪ੍ਰਵਾਨ ਕਰਦਿਆਂ ਕੰਨੋ ਕੰਨੀ ਭਿਣਕ ਨਹੀਂ ਪੈਣ ਦਿੱਤੀ। ਬਿਨਾਂ ਵੇਖੇ ਕਰਤਾਰਪੁਰੀ ਬੀੜ ਰੱਦ, ਬਿਨਾਂ ਮੁਲਾਂਕਣ ਪੋਥੀ ਪ੍ਰਵਾਨ। ਅੰਤਾਂ ਦੀ ਕਾਹਲੀ ਠਰਮਾ ਕੌਣ ਕੁੱਤਾ ਜੋ ਸਾਡੇ ਖੋਜੀਆਂ ਦੇ ਕੋਲ ਦੀ ਵੀ ਲੰਘ ਜਾਵੇ। ਸਰਦਾਰ ਪ੍ਰੀਤਮ ਸਿੰਘ ਵਾਰੇ ਜਾਣ ਐਸੇ ਕਾਪਰਨੀਕਸ ਦੇ, ਪਰ ਕੀ ਉਹ ਗੱਡੇ ਨੂੰ ਜਹਾਜ਼ ਤਾਂ ਨਹੀਂ ਕਹਿ ਰਹੇ? ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ। ਅਜਿਹੀ ਹੱਥ ਲਿਖਤ ਦੇ ਆਸਰੇ ਅਜਿਹੀ ਖੋਜ ਦੇ ਆਧਾਰ ਉੱਤੇ ਚੁਣੌਤੀ ਦਿੱਤੀ ਜਾ ਰਹੀ ਹੈ ਪ੍ਰਮਾਣਿਕ ਕਰਤਾਰਪੁਰੀ ਬੀੜ ਨੂੰ, ਜਿਸ ਦਾ 4 ਸਦੀਆਂ ਦਾ ਸਿਲਸਿਲੇਵਾਰ ਇਤਿਹਾਸ ਹੈ, ਜਿਸ ਉੱਤੇ ਸੰਪੂਰਨ ਦੀ ਤਾਰੀਖ ਸਪਸ਼ਟ ਲਿਖੀ ਹੈ, ਜਿਸ ਉੱਤੇ ਸੱਚੇ ਪਾਤਸ਼ਾਹ ਦੇ ਆਪਣੇ ਦਸਤਖਤ ਹਨ
ਦਸਖਤਾਂ ਬਾਰੇ ਕੋਰਾ ਝੂਠ ਬੋਲਦਾ ਹੋਇਆ ਨਿਪਟ ਖੋਜੀ ਪਿਆਰ ਸਿੰਘ ਲਿਖਦਾ ਹੈ ਕਿ ਇਹ ਵੱਖ ਕਾਗਜ਼ ਉੱਤੇ ਲੈ ਕੇ ਬੀੜ ਵਿੱਚ ਚਿਪਕਾਏ ਗਏ ਹਨ। ਇਹ ਕਥਨ ਇਹਨਾਂ ਦੇ ਗੁਰੂ ਕੰਟਾਲ ਮੈਕਲੌਡ ਦੇ ਤੈਅ ਕੀਤੇ ਖੋਜ ਮਿਆਰਾਂ ਅਨੁਸਾਰ ਤਾਂ ਹੈ, ਪਰ ਸੱਚ ਤੱਥ ਦੇ ਨੇੜੇ ਤੇੜੇ ਨਹੀਂ। ਚੇਤੇ ਰਹੇ ਕਿ ਮੈਕਲੌਡ ਨੇ ਲਿਖਿਆ ਸੀ ਕਿ ਰੁਣ ਝੁੰਝੜਨਾ ਵਾਲੇ ਸ਼ਬਦ ਦੇ 3 ਸ਼ਲੋਕ ਹੜਤਾਲ ਫੇਰ ਕੇ ਮਿਟਾਏ ਗਏ ਹਨ। ਇਹ ਵੀ ਸੁਦਾ ਝੂਠ ਸੀ। ਇਹ ਕੈਸੇ ਖੋਜ ਨੇਮ ਹਨ ਜਿਨ੍ਹਾਂ ਦਾ ਪਾਲਣ ਕਰਦਿਆਂ ਝੂਠ ਨੂੰ ਸੱਚ ਤੇ ਦਿਨ ਨੂੰ ਰਾਤ ਆਖਣਾ ਪੈਂਦਾ ਹੈ। 5ਵੇਂ ਮਹੱਲੇ ਨੇ ਤਕਰੀਬਨ ਅੱਧੇ ਗ੍ਰੰਥ ਦੀ ਰਚਨਾ ਕੀਤੀ ਹੈ। ਜਿੱਥੇ ਭਗਤ ਬਾਣੀ ਉੱਤੇ ਟਿੱਪਣੀ ਦੀ ਲੋੜ ਪਈ ਉੱਥੇ ਸੂਚਨਾ ਦਿੱਤੀ ਨਾਲ ਰਲਾਏ ਲਿਖਿਆ ਮਹੱਲਾ 5ਵਾਂ। ਭਾਈ ਮਰਦਾਨੇ ਨੂੰ ਨਾਨਕ ਛਾਪ ਵਰਤਣ ਦਾ ਹੱਕ ਹਾਸਲ ਸੀ। ਧੰਨ 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 ਭਾਈ ਮਰਦਾਨਾ। ਪਰੰਤੂ ਸੱਚੇ ਪਾਤਸ਼ਾਹ ਸਪਸ਼ਟ ਕਰਨਾ ਨਹੀਂ ਭੁੱਲੇ ਕਿ ਬਿਹਾਗੜੇ ਦੀ ਵਾਰ ਦੇ 3 ਸ਼ਲੋਕ ਭਾਈ ਮਰਦਾਨੇ ਦੀ ਰਚਨਾ ਹਨ। ਕੋਈ ਮਹਾ ਗੁਰਨਿੰਦਕ ਅਤੇ ਢੀਠ ਕਾਫਰ ਹੀ ਇੰਨੇ ਸਬੂਤ ਹੁੰਦਿਆਂ ਕਹਿ ਸਕਦਾ ਹੈ ਕਿ ਜਪਜੀ ਦੇ ਆਦਿ ਵਿੱਚ ਸ਼ਲੋਕ 5ਵੇਂ ਪਾਤਸ਼ਾਹ ਨੇ ਆਪ ਰਚ ਕੇ ਗੁਰੂ ਨਾਨਕ ਹਜ਼ੂਰ ਦੇ ਨਾਂ ਪਾਇਆ, ਜਾਂ ਆਨੰਦ ਸਾਹਿਬ ਦੀ 40ਵੀਂ ਪੌੜੀ ਜਾਂ ਸਿੱਧ ਗੋਸ਼ਟ ਦੀ 73ਵੀਂ ਪੌੜੀ ਕਰਮਵਾਰ ਆਪ ਰਚ ਕੇ ਤੀਜੇ ਅਤੇ ਪਹਿਲੇ ਪਾਤਸ਼ਾਹ ਦੇ ਨਾਮ ਮੜ ਦਿੱਤੀਆਂ। ਇਸ ਵਿਸ਼ੇ ਉੱਤੇ 10 ਗੁਰ ਇੱਕ ਜੋਤ ਸਿਧਾਂਤ ਦੀ ਓਟ ਲੈਣਾ ਸ਼ੈਤਾਨ ਦੇ ਆਇਤਾਂ ਪੜਨ ਤੁੱਲ ਹੈ। ਕਿਸੇ ਅਸੰਗਤ ਸਿਧਾਂਤ ਅਤੇ ਮੁੱਢੋਂ ਮੰਦੀ ਖੋਜ ਦੀ ਓਟ ਲੈ ਕੇ ਸ਼ਰਧਾਵਾਨ ਗੁਰਸਿੱਖਾਂ ਨੂੰ ਵਰਗਲਾਉਣਾ ਕਿੱਧਰ ਦਾ ਖੋਜ ਕਾਰਜ ਅਤੇ ਕਿੱਧਰ ਦਾ ਸਾਊਪੁਣਾ ਹੈ। ਇਹ ਤਾਂ ਠੀਕ ਹੈ ਕਿ ਅਸੀਂ ਅੱਜ ਆਪਣੇ ਸਿਆਸੀ ਆਗੂਆਂ ਦੀ ਨਾਦਾਨੀ ਕਾਰਨ ਕਿਸੇ ਦੀ ਅੱਡੀ ਹੇਠ ਕਰਾ ਰਹੇ ਹਾਂ, ਪਰ ਇਹ ਠੀਕ ਨਹੀਂ ਕਿ ਅਸੀਂ ਇੰਨਾ ਨਿਗਰ ਗਏ ਹਾਂ ਕਿ ਕਿਸੇ ਖੋਜੀ ਬੁਰਕੇ ਵਾਲੇ ਗੁਰਨਿੰਦਕ ਦੇ ਜਾਂ ਕਿਸੇ ਨਿਪਟ ਬ੍ਰਹਮ ਗਿਆਨੀ ਦੇ ਨਾਜਾਇਜ਼ ਡਰੋਂ ਆਪਣੇ ਗੁਰੂ ਨੂੰ ਆਖੇ ਪਕਾਰ ਮੰਨਣ ਲਈ ਮਜਬੂਰ ਹੋ ਗਏ ਹੋਈਏ। ਅਸੀਂ ਅਜੇ ਵੀ ਮੁਕੰਮਲ ਤੌਰ ਉੱਤੇ ਤਰਕਯੁਕਤ ਅਤੇ ਬੜੇ ਸਮਰੱਥ ਹਾਂ। ਗਿਰਜਾ ਨੂੰ ਆਖੋ ਨਾ ਜੁੜਨ, ਅਜੇ ਉਹ ਸਮਾਂ ਨਹੀਂ ਆਇਆ। 10 ਗੁਰ ਇੱਕ ਜੋਤ ਦਾ ਅਮਲ ਜੇ ਗੁਰਬਾਣੀ ਦੇ ਸੰਦਰਭ ਵਿੱਚ ਲਾਗੂ ਕਰਨਾ ਹੁੰਦਾ ਤਾਂ ਸਾਰੇ ਗੁਰੂ ਗ੍ਰੰਥ ਦੀ ਬਾਣੀ ਮਹੱਲਿਆਂ ਤੋਂ ਬਿਨਾਂ ਨਾਨਕ ਨਾਂ ਛਾਪ ਹੇਠ ਲਿਖੀ ਹੋਣੀ ਸੀ। ਬਤੌਰ ਸੰਪਾਦਕ ਦੇ 5ਵੇਂ ਪਾਤਸ਼ਾਹ ਦਾ ਮੁੱਖ ਮੰਤਵ ਰਿਹਾ ਹੈ ਕਿ ਬਾਣੀ ਉਸੇ ਨਾ ਚੜ੍ਹੇ ਜਿਸ ਦੀ ਉਹ ਰਚਨਾ ਹੋਵੇ। ਇਹੋ ਅਜੋਕੇ ਯੁੱਗ ਦੇ ਮਿਆਰ ਹਨ। ਉਹਨਾਂ ਇੱਕੋ ਨਾਂ ਉੱਤੇ ਹਰ ਕਿਸੇ ਵੱਲੋਂ ਰਚਨਾ ਕਰਨ ਦੀ ਅਵਿਗਿਆਨਕ ਰੀਤ ਨੂੰ ਤੋੜਿਆ, ਕਿਉਂ ਜੋ ਇਸ ਨੇ ਕਬੀਰ ਬੀਜਕ ਤੋਂ ਲੈ ਕੇ ਪੁਰਾਣਾ ਵੇਦਾਂ ਤੱਕ ਨੂੰ ਆਖੇਪ ਕਰਨ ਦਾ ਰਾਹ ਖੋਲ੍ਹਿਆ ਸੀ। 10 ਗੁਰ ਇੱਕ ਜੋਤ ਦੇ ਸਿਧਾਂਤ ਨੂੰ ਇੱਥੇ ਗੈਰ ਪ੍ਰਸੰਗਕ ਜਾਣ ਕੇ ਉਹਨਾਂ ਬਕਾਇਦਾ ਮਹੱਲਿਆਂ ਦੀ ਬਾਣੀ ਤਰਤੀਬ ਨਾਲ ਚਾੜੀ। ਉਹਨਾਂ ਨੂੰ ਹਜ਼ੂਰ ਪਹਿਲੇ ਅਤੇ ਤੀਜੇ ਪਾਤਸ਼ਾਹ ਦੇ 2 ਬਚਨ ਮਿਲੇ ਜੋ ਸਨ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਅਤੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਨਾ ਸ਼ਬਦ ਸਨ, ਨਾ ਵਾਰਾਂ, ਨਾ ਸ਼ਲੋਕ, ਨਾ ਬੰਦ ਅਤੇ ਨਾ ਹੀ ਕਵਿਤਾ। ਤਾਂ ਵੀ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਇੰਨ ਬਿੰਨ ਵਾਰਾਂ ਤੇ ਵਧੇਕ ਸ਼ਲੋਕਾਂ ਵਿੱਚ ਚੜਾ ਕੇ ਸੰਪਾਦਨ ਦਾ ਉਹ ਮਿਆਰ ਕਾਇਮ ਕੀਤਾ ਜੋ ਵੱਡੇ ਵੱਡੇ ਉਮਰਾਂ ਗਾਲਣ ਵਾਲੇ ਪ੍ਰੋਫੈਸਰ ਨਹੀਂ ਸਮਝ ਪਾ ਰਹੇ। ਇਸ ਤੱਥ ਤੋਂ ਸਾਹਿਬਾਂ ਸਪਸ਼ਟ ਕੀਤਾ ਕਿ ਜੋ ਕੁਝ ਵੀ ਪ੍ਰਮਾਣਿਕ ਗੁਰਬਾਣੀ ਲੱਭੇ ਉਹ ਉਸ ਮਹੱਲੇ ਦੇ ਨਾਂ ਦਰਜ ਕਰ ਦਿੱਤੀ ਗਈ ਅਤੇ ਇਹ ਕਿ ਹਰ ਮਹੱਲੇ ਦੇ ਨਾਂ ਹੇਠ ਉਸ ਮਹੱਲੇ ਦੀ ਬਾਣੀ ਦਰਜ ਕਰਨਾ ਗੁਰ ਆਸ਼ਾ ਹੈ। ਗੁਰਬਾਣੀ ਸੰਪਾਦਨ ਵਿਸ਼ੇ ਸੰਬੰਧੀ ਏਕ ਜੋਤ ਸੰਕਲਪ ਨੂੰ ਵਿਸਾਰਨਾ ਜਾਂ ਇਉਂ ਪ੍ਰਗਟ ਕਰਨਾ ਹੀ ਸਿੱਖੀ ਵਿਧਾਨ ਹੈ। ਮੋਹਨ ਪੋਥੀਆਂ ਦਾ ਆਸਰਾ ਵੀ ਝੂਠਾ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ ਸ਼ਬਦ ਦੀ ਗਲਤ ਵਿਆਖਿਆ ਉੱਤੇ ਆਧਾਰਿਤ ਹੈ। ਮੋਹਨ ਪੋਥੀਆਂ, ਪ੍ਰਾਣ ਸੰਗਲੀ ਆਦਿ ਪੁਸਤਕਾਂ ਵਿੱਚੋਂ ਨਿਸ਼ਚੇ ਹੀ 5ਵੇਂ ਪਾਤਸ਼ਾਹ ਨੂੰ ਕੁਝ ਨਹੀਂ ਲੱਭਾ। ਉਹਨਾਂ ਯਕੀਨਨ ਇਹਨਾਂ ਦਾ ਮੁਲਾਂਕਣ ਕੀਤਾ ਤੇ ਅਧੂਰੀਆਂ ਊਣੀਆਂ ਜਾਣ ਕੇ ਛੱਡ ਦਿੱਤਾ। ਹੁਣ ਇਹਨਾਂ ਦਾ ਬਾਵੰਡਰ ਰਚਾਉਣ ਦਾ ਅਰਥ ਹੈ ਕਿ 400 ਸਾਲ ਬਾਅਦ ਸਾਡੇ ਪ੍ਰੋਫੈਸਰ ਗੁਰੂ ਸਾਹਿਬ ਨਾਲੋਂ ਬਿਹਤਰ ਜਾਣਦੇ ਹਨ ਕਿ ਸੱਚੀ ਬਾਣੀ ਕਿਹੜੀ ਹੈ। ਜੇ ਪੋਥੀਆਂ ਹਜ਼ੂਰ ਦੇ ਧਿਆਨ ਵਿੱਚ ਨਾ ਆਈਆਂ ਹੁੰਦੀਆਂ ਤਾਂ ਵੀ ਇਹ ਧਾਰਨਾ ਬਣਾਉਣੀ ਸੁਦਾ ਕੁਫਰ ਸੀ। ਮੋਹਨ ਪੋਥੀਆਂ ਕਿਸੇ ਮੀਣੇ ਦੀ ਆਖੇਪ ਰਚਨਾ ਜਾਪਦੀਆਂ ਹਨ। ਇਹਨਾਂ ਵਿੱਚ ਕੱਚੀ ਬਾਣੀ ਨੂੰ ਸੱਚੀ ਬਾਣੀ ਨਾਲ ਮਿਲਾ ਕੇ ਲਿਖਿਆ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਰਚਨਾ ਦਾ ਵੱਡਾ ਸਬੱਬ ਬਣਿਆ। ਪੋਥੀ ਦੇ ਸ਼ੁਰੂ ਵਿੱਚ ਲਿਖਿਆ ਗਿਆ ਹੈ ਕਿ ਜੋ ਸਿੱਖ ਸਾਡੀ ਗੁਰਪ੍ਰਣਾਲੀ ਨੂੰ ਨਹੀਂ ਮੰਨੇਗਾ ਉਹ ਨਰਕ ਨੂੰ ਜਾਵੇਗਾ। ਦੱਸੋ ਕਿਹੜਾ ਜਗਤ ਗੁਰੂ ਇਹ ਲਿਖ ਸਕਦਾ ਸੀ।
तीसरे पातशाह हजूर दी तां अनुमतियां दे संबंध विच भी अरदास है। जित दुआरै उभरै तित्तै ले उभार। पोथी लिखण दी तारीख नूं बड़ी सफाई नाल पानी नाल मिटाया गया है। दुबारे लिखिया सम्मत 1652 बटा 1598 भी इस नूं पंजवें पातशाह दी समकाली बनाउंदा है। इस विच पंजवें पातशाह दे शब्द दी होंद भी इहो संकेत करदी है। तेली ओए तेली तेरे सिर उत्ते कोलू। वरत के हर पक्षों अवेसले सिखां दे धार्मिक निश्चय नूं डलाउण दी कुचेष्टा करन वाले भी जे शरधावान हन तां सचमुच दे शरधावानां दी की परिभाषा है। श्री करतारपुरी बीड़ दी प्रमाणिकता नूं खंडन लई दमदमी बीड़ दा सहारा लिया गया है किसे नूं पता कि यह बीड़ कित्थे है? इतिहास दसदा है कि यह 1762 दे वड्डे घल्लूघारे विच अलोप हो गई सी। 2 सदियां दी खोज दसदी है कि इस दा कोई प्रमाणिक उतारा नहीं। होर भी शंके हन। इस उत्ते टेक रखण वाले स्पष्ट करन कि उन्हां दा असल मंतव की है, यह पैंतरा किस टीचे उत्ते पहुंचण लई है। कदे किसी अर्जुन ने सूरमे शिखंडी दा ओला लैके भीषम पितामह नूं तीरां नाल विन्निया सी कि शरधावानां दी नवीं पनीरी अलोप हो चुकी बीड़ दा आसरा लैके इक्को इक प्रमाणिक ग्रंथ नूं खत्म करना तां नहीं लोचदी। गुरु ग्रंथ नूं मत्था टेकण वाला प्यार सिंह दसेगा कि ओह किहड़ी बीड़ नूं प्रमाणिक समझ के मत्था टेकदा है, कि उसदी शरधा दे गवाह यह दस सकदे हन। नाल लगदा सवाल है कि लत्तों फड़ के गलियां घसीटण नूं भी मत्था टेकना आखदे हन। जे कोई बीड़ भी प्रमाणिक नहीं तां की हुण प्यार सिंह पंजवें पातशाह नालों वध समर्था रखदा है जो उस नूं संपूर्ण करेगा। ईमानदारी नाल खोज करन दे दावेदार जानते हैं कि तत्थां ते समगरी दी पुणछाण करके घोख परख के खोज भावना बनाई जाती है। यह कदे भी नहीं हुंदा कि धारना पहलां बना ली जावे जां कितों उधारी लै ली जावे अते उस नूं हरू मरू सिद्ध करन लई खोज होवे। 2 दहाके पहलां बनी मनोकल्पित पूर्व धारना दे खंभ दीआं डारां बना तोरी जाण नूं खोज नहीं कहा जा सकदा। प्यार सिंह दी खोज संबंधी बहुता शोरोगुल लफ्ज कुफर नूं लैके मचिया है। एक विद्वान सज्जन कहन लगे कि लफ्ज बड़ा सख्त है। जे शब्द सख्त अते मुलायम हुंदे तां लुगात कितों केले वर्गी कितों पत्थर वर्गी हुंदी। कई शब्दां दे संगसार कीते गलिए पए तड़फदे। परखना यह बनदा है कि लफ्ज ढुकवां है जां नहीं, कीती करतूत दी सही तस्वीर विखाउंदा है जां नहीं। जो कुछ प्यार सिंह ते पशौर सिंह ने कीता है वह शब्दावली अनुसार बलासफैमी दी जद विच आउंदा है। इस अंग्रेजी लफ्ज दा पंजाबी समान अंतर लफ्ज है धर्म निंदिया कुफर जां गुरु निंदिया। कुफर कानूनी शब्दावली है ते इसदा बदल नहीं। एवें यह भी यकीनी है कि कुफर कानूनन जुर्म है अते जमाने दे हर दौर विच कुफर दी सज़ा संसारक जां धार्मिक अदालतां दंदियां आईयां हन अते अग्गों सदा दंदियां रहणगीਆਂ। कदे कोई जेब कटिया मक्कारी दा बुरका पा के मुआफी मंग के कानून दी जद तो बचदा किसी ने वेख्या है? जे यों होण लग पवे तां कानून ही प्रभावहीन नहीं हो जावेगा। ਇੱਥੇ ਉਹੀ जंगल ਦਾ राज परत आवेगा जिस विचों मनुखी सभ्यता सदियां दे तरद्दद पिछों उभरी है। जे मुजरम नूं कोई सज़ा ना दित्ती जा सके तां ओह बेखौफ साऊआं दे सिर उत्ते दंदनाउंदा रहे तां समाज दा की हशर होवेगा। मूँह सवार के किसे गोल मटोल गल्लां करन वाले ने कदे इस तरफ भी विचार कीती है? पच्छम विच सिੱਖਿਆ प्राप्त वितंडावाद शास्त्री तां पता नहीं की आखण, परंतु खोज मियारां तो वाकफ गुरु दी टकसाल दे चंडे सिख भली भांति जानते हैं कि अन्ने सांचे उत्ते मारियां अन्नियां सट्टां खोज नहीं बल्कि भै अनुशासन रहत घड़ी कच नालों कच्ची घाड़त है। महावाक जगत प्रसिद्ध हैं, भै बिन घाड़त कच निकच, अंधा सच्चा अंधी सट। कच्ची बाणी दे कच दे वणजारे किधरे होर जा होकरे लाउण, इन्हां दे कूड़ दा खरीददार इत्थे है नहीं। अणभोल अते इतबार करदे भोले भाले शरधावानां नूं लफजी हेरा फेरी दीआं चुस्तियां चलाकियां राहीं वर्ग लाउणा ना किसे खोजी दा काम है,
ਨਾ ਕਿਸੇ ਗਹਿਰ ਗੰਭੀਰ ਜਗਿਆਸੂ ਦਾ ਅਤੇ ਨਾ ਹੀ ਇਮਾਨਦਾਰ ਸਾਊ ਮਨੁੱਖ ਦਾ। ਜੇ ਖੋਜ ਸਾਰਥਕ ਹੈ ਅਤੇ ਸੱਚ ਪੱਲੇ ਹੈ ਤਾਂ ਮੱਕਾਰੀ ਦਾ ਬੁਰਕਾ ਕਿਸ ਕੰਮ ਦਾ। ਸਭ ਦੇ ਪਰਦੇ ਕੱਜਣ ਵਾਲਾ ਯਕੀਨਨ ਤੁਹਾਡਾ ਵੀ ਪੈਜ ਰੱਖ ਲਵੇਗਾ। ਪੱਤ ਪ੍ਰੇਮ ਦੇ ਪਟੋਲਿਆਂ ਨਾਲ ਟਕੀ ਜਾਂਦੀ ਹੈ, ਵਿਤੰਡਾਵਾਦ ਦੇ ਨਿਰਾਰਥਕ ਕਰਮ ਨਾਲ ਨਹੀਂ, ਹੈਂਕੜ ਨਾਲ ਤਾਂ ਬਿਲਕੁਲ ਹੀ ਨਹੀਂ। ਸਿੱਖੀ ਸੁਭਾਅ ਦੇ ਇਹ ਸਾਦੇ ਜਿਹੇ ਮਿਆਰ ਹਨ ਅਤੇ ਜੇ ਗੌਰ ਨਾਲ ਵਿਚਾਰੋ ਤਾਂ ਆਧੁਨਿਕ ਨਿਰਪੱਖ ਖੋਜ ਦੇ ਵੀ ਇਹੋ ਨੇਮ ਹਨ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 215 ਤੱਕ ਹੀ ਪੜ੍ਹਾਂਗੇ। ਹੋਈਆਂ ਭੁੱਲਾਂ ਚੁੱਕਾਂ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।